ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चबर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन, सारियां दे परिवारां विच कारोबारां विच सतगुरु चढ़दी कला बख्शन। हुण समा है गुरु दरबार दे नियम अनुसार गुरु इतिहास की चल रही लड़ीवार कथा दा अपनियां मन बिरतियां एकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी दूसरी उदासी ते चले ने। ये दूसरा प्रचारक दौरा है। तरत लुकाई नूं सोधन वास्ते जगत जलंदे दा उधार करन वास्ते सतगुरु दूजी बार तुरे ने। पहली बार सुल्तानपुर साहब तो तुरे सन। हुण सतगुरु राय भोए दी तलवंडी जिसनों अज आपां ननकाणा साहब कहने आ, इत्थों चले ने। पहला सतगुरु कुरुक्षेत्र आए। इत्थे सूरज ग्रहण का मेला सी। बहुत सारे लोगों के जीवन के भरम मिटाए। इत्थों फिर सतगुरु हरिद्वार पहुँचते ने। इत्थे भी बहुत वड्डा जोड़ मेला सी। लोक महापुरब लख मज्जन कारण अनगन नरम भै कलख उतारण। लोक ये जान के कि इशनान का बहुत वड्डा पुरब है। हरिद्वार आए तो सतगुरु भी आ गए। सतगुरां ने इत्थे आके अपना आसन कर लिया। अगली सवेर होई, सारी दुनिया इशनान लई तुरी है। सुभावक है कि जे हजारां लखां लोग होणगे ते सारे ही गंगा दे कंढे तां नहीं सी बैठ सकते, नहीं सी सौ सकते, डेरा कर सकते।
ਕਈ ਕੋਸਾਂ ਵਿੱਚ ਲੋਕਾਂ ਦਾ ਡੇਰਾ ਹੋਏਗਾ। ਦੂਰ ਦਰਾਡਿਆਂ ਤੱਕ ਲੋਕਾਂ ਨੇ ਮੰਡਪ ਸਜਾਏ ਹੋਣਗੇ, ਪੰਡਾਲ ਲੱਗੇ ਹੋਣਗੇ, ਤੰਬੂ ਕਨਾਤਾਂ ਤਣੀਆਂ ਹੋਣਗੀਆਂ। ਜਦੋਂ ਬਾਕੀ ਵਰਨਾ ਆਸ਼ਰਮਾਂ ਦੇ ਲੋਕ ਇਸ਼ਨਾਨ ਕਰਨ ਤੁਰੇ ਨੇ ਤਾਂ ਉਸ ਵਕਤ ਸਤਿਗੁਰੂ ਜੀ ਵੀ ਚੱਲ ਪਏ। ਸਤਿਗੁਰੂ ਜੀ ਵੀ ਉੱਥੇ ਆ ਗਏ। ਰੈਣ ਬੀਤੀ ਹੋਈ ਜਬ ਭੋਰਾ, ਮੱਜਨ ਕਰਨ ਗਏ ਭਲ ਠੌਰਾ। ਕਈ ਲਛ ਮੱਜਨ ਨਰ ਕਰਹੀ, ਭਾਉ ਭਗਤ ਕੋ ਉਰਮੈ ਤਰਹੀ। ਦੇ ਸੂਰਜ ਕੋ ਨੀਰ ਕਨੇਰਾ, ਥਿਰ ਨੈ ਮਨ ਛਿਨ ਚੌ ਦਿਸ ਫੇਰਾ। ਮਨ ਕਿਸੇ ਦਾ ਟਿਕਾਓ ਵਿੱਚ ਨਹੀਂ ਹੈ, ਪਰ ਸੂਰਜ ਦੇਵਤੇ ਨੂੰ ਸਾਰੇ ਲੋਕ ਪਾਣੀ ਦੇਣ ਤੇ ਲੱਗੇ ਹੋਏ ਨੇ। ਤਿੰਨ ਕੇ ਬੀਚ ਪਹੁੰਚੇ ਜਬ ਹੀ, ਨਹਾਨ ਕੀਨ ਸ਼੍ਰੀ ਸਤਿਗੁਰ ਤਬ ਹੀ। ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਵੀ ਪਹੁੰਚ ਗਏ। ਪਹਿਲਾਂ ਜਾ ਕੇ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਹੈ। ਵੇਖੋ ਦਾਸ ਹਮੇਸ਼ਾ ਕਥਾ ਨੂੰ ਰੋਕ ਕੇ ਇੱਕ ਬੇਨਤੀ ਕਰਦਾ ਹੈ ਕਿ ਗੁਰੂ ਜੀ ਕੋਲੋਂ ਉਕਤੀਆਂ ਜੁਗਤੀਆਂ ਢੰਗ ਤਰੀਕੇ, ਇਹ ਥਿਊਰੀਆਂ, ਇਹ ਮੈਥਡ ਸਮਝਣ ਦੀ ਲੋੜ ਹੈ। ਕੰਮ ਅਸੀਂ ਵੀ ਉਹੀ ਕਰਦੇ ਹਾਂ, ਪਰ ਸਾਡੇ ਤੋਂ ਸਾਰਾ ਕੁਝ ਹੀ ਗਵਾਚ ਜਾਂਦਾ ਹੈ। ਸਾਡੇ ਤੇ ਗੁਰਬਾਣੀ ਦੀਆਂ ਇਹ ਪੰਕਤੀਆਂ ਲਾਗੂ ਹੋ ਜਾਂਦੀਆਂ ਨੇ ਕਿ ਹੋਏ ਇਆਣਾ ਕਰੇ ਕੰਮ, ਆਣ ਨਾ ਸਕੈ ਰਾਸ। ਜੇ ਇੱਕ ਅੱਧ ਚੰਗੀ ਕਰੈ, ਦੂਜੀ ਭੀ ਵਿਰਾਸ। ਸਾਡੀ ਹਾਲਤ ਬੱਚਿਆਂ ਵਾਲੀ ਹੈ। ਜੇ ਕੰਮ ਕਰਨ ਲੱਗਦੇ ਆ, ਇੱਕ ਚੰਗਾ ਕਰਦੇ ਆ, ਦੂਜਾ ਫਿਰ ਗਲਤ ਹੋ ਜਾਂਦਾ ਹੈ। ਤਾਂ ਗੁਰੂ ਜੀ ਤੋਂ ਸਿੱਖਣ ਦੀ ਲੋੜ ਹੈ। ਗੁਰੂ ਜੀ ਚਾਹੁੰਦੇ ਤੇ ਗੰਗਾ ਦੇ ਕਿਨਾਰੇ ਖਲੋ ਕੇ ਵੀ ਕਹਿ ਦਿੰਦੇ, ਓਏ ਪਖੰਡੀਓ, ਇੱਕ ਹੀ ਕਰਮ ਕਾਂਡ ਕਰੀ ਜਾਂਦੇ ਹੋ। ਨਹੀਂ ਆਖਿਆ। ਗੰਗਾ ਵਿੱਚ ਵੜੇ ਨੇ, ਆਪ ਜਾ ਕੇ ਪਹਿਲਾਂ ਉੱਥੇ ਇਸ਼ਨਾਨ ਕੀਤਾ ਹੈ। ਹਾਂਜੀ, ਨਹਾਨ ਕੀਨ ਸ਼੍ਰੀ ਸਤਿਗੁਰ ਤਬ ਹੀ। ਹਾਂਜੀ, ਪਸਚਮ ਦੇਸ਼ ਮੁਖ ਕਰ ਗੁਣ ਖਾਨੀ, ਕਰ ਅੰਜੁਲ ਸੋ ਸੀਚਤ ਪਾਨੀ। ਇਸ਼ਨਾਨ ਕਰਨ ਤੋਂ ਬਾਅਦ ਸਤਿਗੁਰੂ ਗੰਗਾ ਦੇ ਵਿੱਚੋਂ ਬਾਹਰ ਨਹੀਂ ਨਿਕਲੇ, ਉੱਥੇ ਹੀ ਖਲੋ ਗਏ ਜਿੱਥੇ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਦਿੰਦੇ ਸੀ। ਪੂਰਬ ਵਾਲੇ ਪਾਸੇ, ਈਸਟ ਵਾਲੇ ਪਾਸੇ। ਸਤਿਗੁਰਾਂ ਜੀ ਨੇ ਪੱਛਮ ਵਾਲੇ ਪਾਸੇ ਮੁੱਖ ਕਰ ਲਿਆ, ਵੈਸਟ ਵਾਲੇ ਪਾਸੇ। ਜਿਵੇਂ ਉਹ ਸੂਰਜ ਵੱਲ ਪਾਣੀ ਝੱਟਦੇ ਸਨ, ਸੁੱਟਦੇ ਸਨ, ਉਵੇਂ ਹੀ ਸਤਿਗੁਰੂ ਜੀ ਬੁੱਕ ਭਰ ਭਰ ਕੇ ਪਾਣੀ ਸੁੱਟਣ ਲੱਗ ਪਏ। ਹਾਂਜੀ, ਕਿਤਕ ਕਾਲ ਕਰ ਇਸੀ ਪ੍ਰਕਾਰਾ, ਸੁਰਸਰ ਕੇ ਮਦ ਖਰੇ ਉਦਾਰਾ। ਸਤਿਗੁਰੂ ਗੰਗਾ ਨਦੀ ਦੇ ਵਿੱਚ ਖਲੋਤੇ ਨੇ ਤੇ ਇਹ ਪਾਣੀ ਇੱਕ ਦੋ ਚਾਰ ਵਾਰੀ ਨਹੀਂ ਸੁੱਟਿਆ, ਸੁੱਟੀ ਜਾਂਦੇ ਨੇ, ਸੁੱਟੀ ਜਾਂਦੇ ਨੇ। ਕਦੋਂ ਤੱਕ ਸੁੱਟਿਆ ਹੋਏਗਾ? ਜਦੋਂ ਤੱਕ ਇਸ ਗੱਲ ਦੇ ਲਈ ਸਾਰਿਆਂ ਦਾ ਧਿਆਨ ਕੇਂਦਰਿਤ ਨਹੀਂ ਹੋ ਗਿਆ। ਤੁਸੀਂ ਵੇਖਿਆ ਹੋਣਾ ਹੈ ਕਿ ਜਿਹੜਾ ਬੰਦਾ ਮੁਨਿਆਦੀ ਕਰਦਾ ਹੈ, ਉਹ ਉਹਨਾਂ ਚਿਰ ਢੋਲ ਵਜਾਉਂਦਾ ਰਹਿੰਦਾ ਜਿੰਨਾ ਚਿਰ ਭੀੜ ਇਕੱਠੀ ਨਹੀਂ ਹੁੰਦੀ। ਪਰ ਜਦੋਂ ਭੀੜ ਇਕੱਠੀ ਹੋ ਜਾਏ ਫਿਰ ਢੋਲ ਨਹੀਂ ਵਜਾਉਂਦਾ, ਫਿਰ ਉਹ ਹੋਕਾ ਦਿੰਦਾ। ਇਸੇ ਤਰ੍ਹਾਂ ਮਦਾਰੀ ਕਰਦਾ। ਮਦਾਰੀ ਬੰਸਰੀ ਵੀ ਵਜਾਉਂਦਾ, ਆਪਣੀ ਡੁਗਡੁਗੀ ਵੀ ਵਜਾਉਂਦਾ, ਪਰ ਬੰਸਰੀ ਵਜਾਉਣੀ, ਡੁਗਡੁਗੀ ਵਜਾਉਣੀ ਇਹ ਉਹਦਾ ਕਿੱਤਾ ਨਹੀਂ ਹੈ, ਇਹ ਉਹਦਾ ਤਰੀਕਾ ਹੈ। ਕਿੱਤਾ ਕੀ ਹੈ? ਲੋਕਾਂ ਨੂੰ ਜਾਦੂਗਰੀ ਵਿਖਾਉਣੀ ਤੇ
ਪਾਪੀ ਪੇਟ ਦਾ ਵਾਸਤਾ ਪਾ ਕੇ ਪੈਸੇ ਇਕੱਠੇ ਕਰਨੇ। ਜਿੰਨਾ ਚਿਰ ਭੀੜ ਇਕੱਠੀ ਨਹੀਂ ਹੁੰਦੀ ਉਹਨਾਂ ਚਿਰ ਉਹ ਬੰਸਰੀ ਵਜਾਉਂਦਾ ਰਹਿੰਦਾ, ਡੁਗਡੁਗੀ ਵਜਾਉਂਦਾ ਰਹਿੰਦਾ। ਜਦੋਂ ਲੋਕ ਇਕੱਠੇ ਹੋ ਜਾਣ ਫਿਰ ਉਹ ਆਪਣਾ ਤਮਾਸ਼ਾ ਸ਼ੁਰੂ ਕਰਦਾ। ਸਤਿਗੁਰੂ ਜੀ ਵੀ ਕਿਤਕ ਕਾਲ ਕਰ ਇਸੀ ਪ੍ਰਕਾਰ, ਕਿੰਨਾ ਹੀ ਸਮਾਂ ਇਦਾਂ ਹੀ ਪਾਣੀ ਸੁੱਟਦੇ ਰਹੇ। ਸੁਰਸਰ ਕੇ ਮਦ ਖਰੇ ਉਦਾਰਾ, ਸਤਿਗੁਰੂ ਗੰਗਾ ਨਦੀ ਦੇ ਵਿੱਚ ਹੀ ਖਲੋਤੇ ਨੇ। ਹਾਂਜੀ। ਲੋਕ ਬਿਲੋਕਤ ਅਚਰਜ ਮਾਨੈ, ਹੈ ਇਹ ਕੌਣ ਸੋ ਬਚਨ ਬਖਾਨੈ। ਲੋਕਾਂ ਨੇ ਬੜਾ ਅਚਰਜ ਮੰਨਿਆ ਵੀ ਇਹ ਕੌਣ ਹੈ ਭਾਈ। ਵੇਖਣ ਨੂੰ ਹਿੰਦੂ ਲੱਗਦਾ ਹੈ, ਇਹਨੇ ਆ ਕੇ ਇਸ਼ਨਾਨ ਵੀ ਕੀਤਾ ਹੈ। ਆਇਆ ਵੀ ਹਿੰਦੂਆਂ ਦੇ ਤੀਰਥ ਤੇ ਹੈ, ਆਇਆ ਵੀ ਇਸ਼ਨਾਨ ਦੇ ਪੁਰਬ ਤੇ ਹੈ, ਮੁੱਖ ਤਿਉਹਾਰ ਤੇ ਆਇਆ। ਮੁੱਖ ਤਿਉਹਾਰ ਤੇ ਆਇਆ, ਇਹਦਾ ਅਰਥ ਹੈ ਇਸ ਨੂੰ ਦਿਨ ਤਿਉਹਾਰ ਦੀ ਵੀ ਸੋਝੀ ਹੈ। ਇਹਨੂੰ ਪਤਾ ਹੈ ਵੀ ਅੱਜ ਪੁਰਬ ਹੈ। ਪਰ ਬੰਦਾ ਕੌਣ ਹੈ? ਹਿੰਦੂ ਹੈ, ਮੁਸਲਮਾਨ ਹੈ। ਹਾਂਜੀ। ਹਿੰਦੂ ਕਿਦੋਂ ਤੁਰਕ ਹੈ ਕੋਈ, ਜਾਨੀ ਜਾਏ ਨਾ ਇਹ ਗਤ ਜੋਈ। ਹੁਣ ਲੋਕਾਂ ਦੇ ਵਿੱਚ ਇਹ ਗੱਲ ਜਿਹੜੀ ਸੀ ਇੱਕਦਮ ਸੁਲਗਣੀ ਸ਼ੁਰੂ ਹੋ ਗਈ। ਜਿਵੇਂ ਅੱਗ ਬਲਣ ਤੋਂ ਪਹਿਲਾਂ ਧੂੰਆਂ ਨਿਕਲਦਾ ਹੈ ਨਾ, ਧੂੰਆਂ ਨਿਕਲਣਾ ਹੌਲੀ ਹੌਲੀ ਸ਼ੁਰੂ ਹੋ ਗਿਆ ਵੀ ਕੌਣ ਹੈ। ਕੋਈ ਕਹਿੰਦਾ ਵੀ ਇਹ ਹਿੰਦੂ ਹੈ, ਕੋਈ ਕਹਿੰਦਾ ਨਹੀਂ ਨਹੀਂ ਇਹ ਕੋਈ ਮੁਸਲਮਾਨ ਹੋਏਗਾ, ਕੋਈ ਕਹਿੰਦਾ ਵੀ ਭਾਈ ਉਹ ਸ਼ਰਧਾ ਵਾਲਾ ਹੋਏਗਾ, ਕੋਈ ਕਹਿੰਦਾ ਨਹੀਂ ਨਹੀਂ ਇਹ ਸਾਡੇ ਧਰਮ ਦੀ ਤੋਹੀਨ ਕਰਨ ਵਾਸਤੇ ਆਇਆ। ਇਹ ਜਿਹੜੀਆਂ ਸਾਡੀਆਂ ਮਰਿਆਦਾ ਨੇ, ਜਿਹੜੀਆਂ ਸਾਡੀਆਂ ਮਾਨਤਾ ਨੇ ਸਨਾਤਨ ਮਤ ਦੀਆਂ, ਇਹ ਉਹਦੇ ਵਿਪਰੀਤ ਕਰਕੇ ਇਹ ਉਹਨਾਂ ਦੀ ਤੋਹੀਨ ਕਰ ਰਿਹਾ ਹੈ, ਇਹ ਉਹਨਾਂ ਨੂੰ ਨੀਵਾਂ ਵਿਖਾ ਰਿਹਾ ਹੈ। ਇਸ ਪ੍ਰਕਾਰ ਉਰ ਅਚਰਜ ਧਰ ਕੈ, ਬੂਝਤ ਗੁਰ ਸੋ ਬਚਨ ਉਚਰ ਕੈ। ਇਉਂ ਸਾਰਿਆਂ ਦੇ ਮਨ ਵਿੱਚ ਅਚਰਜਤਾ ਆਈ ਤੇ ਅਖੀਰ ਉਹ ਜਿਹੜੀ ਸੁਲਗ ਦੀ ਅੱਗ ਸੀ, ਧੂੰਆਂ ਜਿਹੜਾ ਸੀ, ਹੁਣ ਉਹਨੇ ਭਾਂਬੜ ਬਣਨਾ ਸ਼ੁਰੂ ਕਰ ਦਿੱਤਾ। ਉਹਦੇ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਲੋਕਾਂ ਨੇ ਕਿਹਾ ਵੀ ਪੁੱਛੋ ਤੇ ਸਹੀ ਤੂੰ ਹੈ ਕੌਣ ਹੈ ਭਾਈ। ਉਹ ਹੁਣ ਸਤਿਗੁਰੂ ਜੀ ਦੀ ਪੁੱਛ ਪੜਤਾਲ ਕਰਨ ਲੱਗੇ ਨੇ। ਹਿੰਦੂ ਕਿਦੋਂ ਤੁਰਕ ਤੂੰ ਕੋਈ, ਕਹੋ ਸਾਚ ਨਹਿ ਰਾਖੋ ਗੋਈ। ਹੁਣ ਉਹਨਾਂ ਨੇ ਇਕੱਠੇ ਹੋ ਕੇ ਕਿਹਾ, ਕਹਿੰਦੇ ਉਹ ਗੱਲ ਸੁਣ, ਇਹ ਦੱਸ ਤੂੰ ਹਿੰਦੂ ਹੈ ਕਿ ਮੁਸਲਮਾਨ ਹੈ, ਤੇ ਲਕੋਵੀਂ ਨਾ ਸਾਡੇ ਕੋਲੋਂ, ਅਸੀਂ ਛੁਪਣ ਕੁਛ ਨਹੀਂ ਦੇਣਾ। ਕਿਉਂਕਿ ਬੜਾ ਸੌਖਾ ਹੈ, ਮੁਸਲਮਾਨ ਹੋਏਗਾ ਤੇ ਸੁਨਨਤ ਕੀਤੀ ਹੋਏਗੀ, ਹਿੰਦੂ ਹੋਏਗਾ ਤੇ ਬੋਧੀ ਵੀ ਰੱਖੀ ਹੋਏਗੀ, ਜਨੇਊ ਵੀ ਪਾਇਆ ਹੋਏਗਾ। ਹੁਣ ਤੇ ਸਾਰਾ ਕੁਝ ਹੀ ਕਾਲਾ ਮਾਲਾ ਹੀ ਹੋ ਗਿਆ ਨਾ। ਹੁਣ ਕਹਿਣ ਨੂੰ ਅਸੀਂ ਸਿੱਖ ਹਾਂ, ਜੇ ਪੁੱਛੋ ਵੀ ਸਿੱਖੀ ਦੀ ਕੋਈ ਨਿਸ਼ਾਨੀ ਹੈਗੀ ਹੈ ਤੇਰੇ ਕੋਲ? ਕੋਈ ਨਹੀਂ ਹੈਗੀ। ਨਾ ਕੰਘਾ, ਨਾ ਕੜਾ, ਨਾ ਕਸ਼ਹਿਰਾ, ਨਾ ਕਿਰਪਾਨ, ਨਾ ਕੇਸ। ਜਦੋਂ ਮੈਂ ਨਵਾਂ ਪੜ੍ਹਾਈ ਕਰਨ ਲੱਗਾ ਨਾ, ਤੇ ਉਦੋਂ ਅਸੀਂ ਬੱਚਿਆਂ ਦੇ ਕੈਂਪ ਲਾਉਂਦੇ ਹੁੰਦੇ ਸੀ, ਕਲਾਸਾਂ ਲਾਉਂਦੇ ਹੁੰਦੇ ਸੀ। ਉਹਦੇ ਵਿੱਚ ਇੱਕ ਕਵਿਤਾ ਹੁੰਦੀ ਸੀ ਵੀ ਚੰਗਾ ਬਈ ਤੂੰ ਸਿੰਘ ਹੈ ਤੇ ਚੰਗਾ ਸਰਦਾਰ ਹੈ, ਵੀ ਕਿੱਦਾਂ ਦਾ ਵਿਅਕਤੀ ਹੈ ਤੂੰ। ਕਦੇ ਤੂੰ ਕਹਿਣਾ ਮੈਂ ਸਿੰਘ ਹਾਂ, ਕਦੇ ਤੂੰ ਕਹਿਣਾ ਮੈਂ ਸਰਦਾਰ ਹਾਂ, ਪਰ ਨਾ ਤੇਰੇ ਕੋਲੇ ਸਿੰਘਾਂ ਵਾਲੀਆਂ ਨਿਸ਼ਾਨੀਆਂ ਨੇ, ਨਾ ਤੇਰੇ ਕੋਲੇ ਸਰਦਾਰਾਂ ਵਾਲੀਆਂ ਨਿਸ਼ਾਨੀਆਂ ਨੇ ਭਾਈ। ਪਤਾ ਤੇ ਲੱਗੇ ਨਾ ਵੀ ਤੂੰ ਸ਼ੇਰ ਕਿਵੇਂ ਹੈ ਤੇ ਸਰਦਾਰ ਕਿਵੇਂ ਹੈ। ਹਾਂਜੀ। ਤੁਰਕ ਜੇ ਹੈ ਗੰਗਾ ਕਿਉਂ ਆਇਓ, ਮਿਲ ਹਿੰਦਨ ਮੈਂ ਨਹਾਣ ਰਚਾਇਓ। ਉਹਨਾਂ ਲੋਕਾਂ ਦਾ ਗੁੱਸੇ ਵਿੱਚ ਆਇਆਂ ਦਾ ਕਹਿਣਾ ਸੀ, ਉਹ ਗੱਲ ਸੁਣ, ਐਵੇਂ ਪਾਣੀ ਨਾ ਸੁੱਟੀ ਜਾ, ਸਾਨੂੰ ਇਹ ਦੱਸ ਵੀ ਤੂੰ ਮੁਸਲਮਾਨ ਹੈ।
ਇੱਕ ਕਹਿੰਦਾ ਉਹ ਦੱਸ ਤੂੰ ਹਿੰਦੂ ਹੈ ਕਿ ਮੁਸਲਮਾਨ ਹੈ। ਇੱਕ ਕਹਿੰਦਾ ਵੀ ਜੇ ਤੂੰ ਮੁਸਲਮਾਨ ਹੈ ਤੇ ਇੱਥੇ ਲੈਣ ਕੀ ਆਇਆ, ਤੇਰਾ ਇੱਥੇ ਮਤਲਬ ਕੀ ਹੈ। ਇਹ ਹਕੀਕਤ ਹੈ। ਜਿਨ੍ਹਾਂ ਦਾ ਰਾਮ ਆਪਣਾ ਹੈ ਉਹਨਾਂ ਦਾ ਅੱਲਾ ਬਗਾਨਾ ਹੈ, ਜਿਨ੍ਹਾਂ ਦਾ ਅੱਲਾ ਆਪਣਾ ਹੈ ਉਹਨਾਂ ਦਾ ਰਾਮ ਬਗਾਨਾ ਹੈ। ਹੁਣ ਜੇ ਤੁਸੀਂ ਕਹੋ ਨਾ ਵੀ ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰਦੇ, ਅਸੀਂ ਇੱਜ਼ਤ ਨਹੀਂ ਕਰਦੇ, ਅਸੀਂ ਸਾਰੇ ਧਰਮਾਂ ਨੂੰ ਵਰਤਦੇ ਹਾਂ। ਜਦੋਂ ਲੋਕ ਇੱਜ਼ਤ ਕਰਦੇ ਸੀ ਉਹ ਮੈਂ ਚੀਜ਼ ਵੇਖੀ ਹੈ। ਅਗਰ ਇੱਥੇ ਕੋਈ ਬਜ਼ੁਰਗ 60-70 ਸਾਲ ਦਾ ਬੈਠਾ ਹੋਏਗਾ ਉਹਨੇ ਵੀ ਵੇਖੀ ਹੋਏਗੀ। ਮੁਸਲਮਾਨਾਂ ਦੇ ਘਰ ਵਿਆਹ ਹੈ, ਬਰਾਤ ਆਈ ਤੇ ਬਰਾਤ ਵਿੱਚ ਇਕੱਲੇ ਮੁਸਲਮਾਨ ਨਹੀਂ ਸੀ ਆਉਂਦੇ, ਹਿੰਦੂ ਵੀ ਆਉਂਦੇ ਸੀ, ਸਿੱਖ ਵੀ ਆਉਂਦੇ ਸੀ। ਤੁਸੀਂ ਹੈਰਾਨ ਹੋਵੋਗੇ ਬਰਾਤ ਵਿੱਚ ਆਏ ਮੁਸਲਮਾਨ ਮੁਸਲਮਾਨਾਂ ਦੇ ਘਰੋਂ ਰੋਟੀ ਨਹੀਂ ਸੀ ਖਾਂਦੇ। ਉਹਨਾਂ ਦੀ ਰੋਟੀ ਲੜਕੀ ਵਾਲਿਆਂ ਦੇ ਪਿੰਡ ਵਿੱਚ ਜਿਹੜੇ ਹਿੰਦੂ ਸਿੱਖ ਪਰਿਵਾਰ ਰਹਿੰਦੇ ਉਹਨਾਂ ਦੇ ਘਰ ਹੁੰਦੀ ਸੀ। ਜੇ ਬਰਾਤ ਨੇ ਰਹਿਣਾ ਤੇ ਮੰਜੇ ਬਿਸਤਰੇ ਵੀ ਉਹਨਾਂ ਦੇ ਘਰ ਹੁੰਦੇ ਸੀ। ਇਸੇ ਤਰ੍ਹਾਂ ਜੇ ਸਿੱਖਾਂ ਦੀ ਬਰਾਤ ਆਈ ਉਹਦੇ ਵਿੱਚ ਮੁਸਲਮਾਨ ਵੀ ਆਉਂਦੇ ਸੀ। ਹੁਣ ਜਿਹੜੇ ਮੁਸਲਮਾਨ ਆਉਂਦੇ ਸੀ ਉਹ ਝਟਕਾ ਨਹੀਂ ਸੀ ਖਾਂਦੇ, ਉਹ ਹਲਾਲ ਖਾਂਦੇ ਸੀ। ਫਿਰ ਹੁੰਦਾ ਕੀ ਸੀ, ਉਹਨਾਂ ਦੀ ਰੋਟੀ ਮੁਸਲਮਾਨਾਂ ਦੇ ਘਰ ਵਿੱਚ ਹੁੰਦੀ ਸੀ। ਸਿੱਖ ਲੜਕੀ ਦਾ ਬਾਪ ਜਿਹੜਾ ਹੈ ਉਹ ਆਪਣੇ ਪਿੰਡ ਦੇ ਮੁਸਲਮਾਨਾਂ ਦੇ ਘਰ ਜਾਂਦਾ ਹੁੰਦਾ ਸੀ ਵੀ ਭਾਈ ਮੇਰੀ ਧੀ ਦਾ ਵਿਆਹ ਹੈ, ਬਰਾਤ ਆਉਣੀ ਹੈ, ਉਹਦੇ ਵਿੱਚ 5-7 ਮੁਸਲਮਾਨ ਭਰਾ ਵੀ ਆਉਣੇ ਨੇ ਤੇ ਤੁਹਾਨੂੰ ਖੇਚਲ ਹੋਏਗੀ ਥੋੜੀ ਜਿਹੀ, ਪਰ ਰੋਟੀ ਉਹਨਾਂ ਦੀ ਤੁਹਾਡੇ ਘਰ। ਸਾਰੇ ਇੱਕ ਦੂਜੇ ਨਾਲ ਕਰਦੇ ਸੀ। ਉਹਨਾਂ ਦੇ ਆਉਂਦੇ ਸੀ ਤਾਂ ਮੁਸਲਮਾਨਾਂ ਦੇ ਸਿੱਖ ਆਉਂਦੇ ਸੀ ਤਾਂ ਰੋਟੀ ਸਿੱਖਾਂ ਦੇ ਘਰ ਹੁੰਦੀ ਸੀ। ਅੱਜ ਅਸੀਂ ਇੱਕ ਦੂਜੇ ਦੇ ਧਰਮ ਦੀ ਇੱਜ਼ਤ ਨਹੀਂ ਕਰਦੇ। ਇੱਦਾਂ ਲੋਕ ਰਿਸਪੈਕਟ ਕਰਦੇ ਸੀ। ਮੁਸਲਮਾਨ ਹੋ ਕੇ ਵੀ ਹਿੰਦੂਆਂ ਦੀ ਬਰਾਤ ਚਲੇ ਜਾਂਦੇ ਸੀ, ਸਿੱਖਾਂ ਦੀ ਬਰਾਤ ਚਲੇ ਜਾਂਦੇ ਸੀ, ਸਿੱਖ ਹੋ ਕੇ ਮੁਸਲਮਾਨਾਂ ਦੀ ਬਰਾਤ ਵੀ ਚਲੇ ਜਾਂਦੇ ਸੀ, ਪਰ ਧਰਮ ਆਪਣਾ ਕਾਇਮ ਰੱਖਦੇ ਸੀ। ਅੱਜ ਵੀ ਤੁਸੀਂ ਇੱਕ ਗੱਲ ਨੋਟ ਕਰਿਓ ਕਿ ਤੁਸੀਂ ਹੋਟਲ ਜਾਓਗੇ ਤੇ ਤੁਸੀਂ ਇੱਕੋ ਹੀ ਗੱਲ ਪੁੱਛੋਗੇ ਵੀ ਨਾਨ ਵੈਜ ਹੈਗਾ, ਮੁਸਲਮਾਨ ਕਦੇ ਨਹੀਂ ਪੁੱਛੇਗਾ। ਉਹ ਪਹਿਲਾਂ ਪੁੱਛੇਗਾ ਹਲਾਲ ਹੈਗਾ, नहीं तो गोभी खा लेगा, आलू खा लेगा, टमाटर खा लेगा, गंढे खा लेगा, वो मीट नहीं खाएगा। साढ़े ते इन्हें भी पाठ कर लिया ता कोई नहीं, ना कीता ते ता कोई नहीं। पर मुसलमानां दे विच मैं तो वड्डियां वड्डियां कॉन्फ्रेंसां अटेंड कीतियां ने, जदों उन्हां दी नमाज दा वक्त आउणे हौली जी उन्होंने कुर्सी छड्ड के चले जाने। जिवें आपां गड्डी चले जाते बाथरूम वगैरह, चुप चपीते चले जाना है, अपनी नमाज पढ़ी वापस आके फिर बह जाना है। पर साडा तो रोज़ का काम है, नहीं जी बैठे बैठे लेट हो गए जी, पाठ तो होया ही नहीं अज। मुसलमानां विच इदां नहीं है, वो अपने नेम दे बड़े पक्के ने। सिख उदों भी पक्के हुंदे सी, जिहड़े हैगे ने वो अज भी पक्के ने। पर यह सेध सानू गुरबाणी दिंदी है। गुरबाणी दसदी है कि दीन गवाया दुनी स्यों, दुनी न चाली साथ, पाए कुहाड़ा मारिया गाफल अपने हाथ। दुनिया के मगर लग के अपना दीन गवाओगे तो कमले होवोगे, ये दुनिया ने तुहाडे नाल नहीं जाना। इस करके अपना धर्म संभालो। वो पुछदे ने भी जे तू मुसलमान है, तुरक जे है गंगा क्यों आए हो, तेरा गंगा ते की काम है बई। मिल हिंदू न मैं नहान रचायो, चलो तू आ भी गया है ते गंगा के कंढे बैठा रहो, वेख ला हिंदू की करते हैं। तू तो नहाउण भी वड़ गया है बई, गंगा दे विच उतर के तू इशनान भी कीता है। पर जे मुसलमान है तो तेरा इशनान दे नाल की रिश्ता है बई, की मतलब है। हाँ जे हिंदू पश्चिम मुख कर कै,
ਨਹਾਏ ਦੇਤ ਜਲ ਕਿਆ ਸੋ ਵਿਚਰ ਕੈ। ਤੇ ਜੇ ਤੂੰ ਹਿੰਦੂ ਹੈ, ਤੂੰ ਕਵੇਂ ਜੀ ਮੈਂ ਤੇ ਹਿੰਦੂ ਆ, ਅਸੀਂ ਮੰਨ ਲੈਂਦੇ ਆ, ਤੇ ਫਿਰ ਪੱਛਮ ਦੇ ਵਾਲੇ ਪਾਸੇ ਪਾਣੀ ਕਿਉਂ ਸੁੱਟਦਾ ਹੈ? ਪੱਛਮ ਦੇ ਵਾਲੇ ਪਾਸੇ ਹਿੰਦੂਆਂ ਦਾ ਤਾਂ ਕੁਝ ਵੀ ਨਹੀਂ ਹੈ। ਸ਼ਾਇਦ ਕਿਤੇ ਨਿੱਕੀ ਜੀ ਗੱਲ ਸਾਨੂੰ ਸਮਝ ਆਏ ਵੀ ਹਿੰਦੂ ਤੇ ਮੁਸਲਮਾਨ ਦਾ ਸਿੱਧਾ ਸਿੱਧਾ ਅਰਥ ਕੀ ਹੈ। ਸਿੱਧਾ ਸਿੱਧਾ ਅਰਥ ਹੈ ਵੀ ਜੋ ਹਿੰਦੂ ਕਰਨਗੇ ਉਹ ਮੁਸਲਮਾਨ ਨਹੀਂ ਕਰਦੇ, ਜੋ ਮੁਸਲਮਾਨ ਕਰਦੇ ਨੇ ਉਹ ਹਿੰਦੂ ਨਹੀਂ ਕਰਦੇ। ਬਿਲਕੁਲ ਸਿੱਧਾ। ਤੁਸੀਂ ਅਮਰੀਕਾ ਜਾਓ ਨਾ, ਉਹਦੀ ਬੜੀ ਵਧੀਆ ਲੋਕਾਂ ਨੇ ਪੰਜਾਬੀ ਬਣਾਈ ਹੈ। ਕਹਿੰਦੇ ਅਮਰੀਕਾ ਪੁੱਠਾ ਤਰੀਕਾ। ਇੰਗਲੈਂਡ ਤੋਂ ਆਜ਼ਾਦ ਹੋਏ ਨੇ ਉਹ ਲੋਕ, ਜੇ ਇੱਕ ਥਾਂ ਤੇ ਲੈਫਟ ਹੈਂਡ ਡਰਾਈਵਿੰਗ ਹੈ, ਉਹਨਾਂ ਨੇ ਰਾਈਟ ਹੈਂਡ ਕੀਤੀ ਹੋਈ ਹੈ। ਜੇ ਕਿਤੇ ਬਿਜਲੀ ਦਾ ਸਵਿਚ ਥੱਲੇ ਕੀਤਿਆਂ ਲਾਈਟ ਜਗਦੀ ਹੈ, ਉਹਨਾਂ ਨੇ ਬਟਨ ਉੱਪਰ ਕਰਕੇ ਜਗਾਉਣੀ ਸ਼ੁਰੂ ਕੀਤੀ ਹੋਈ ਹੈ। ਜੇ ਇੰਗਲੈਂਡ ਦੇ ਵਿੱਚ 220 ਹੈ ਵੋਲਟੇਜ, ਅਮਰੀਕਾ ਦੇ ਵਿੱਚ 110 ਹੈ। ਉਹਦਾ ਨਾਮ ਬੜਾ ਵਧੀਆ, ਜਿਹੜੀ ਸਾਡਾ ਭਾਈਚਾਰਾ ਹੈ ਨਾ, ਰਾਗੀ ਸਿੰਘਾਂ ਦਾ, ਢਾਡੀ ਸਿੰਘਾਂ ਦਾ, ਕਥਾਵਾਚਕਾਂ ਦਾ, ਇਹ ਵੀ ਬੜਾ ਇੰਟੈਲੀਜੈਂਟ ਹੈ। ਉਹ ਕਹਿੰਦੇ ਅਮਰੀਕਾ ਪੁੱਠਾ ਤਰੀਕਾ, ਵੀ ਇਹਨਾਂ ਨੇ ਆਜ਼ਾਦ ਹੋਏ ਤੇ ਦੁਨੀਆ ਨੂੰ ਦੱਸਿਆ ਵੀ ਆਜ਼ਾਦ ਹੋ ਗਏ ਆ। ਉਹ ਕਹਿੰਦੇ ਕਿਵੇਂ ਦੱਸੀਏ? ਕਹਿੰਦੇ ਇਹਨਾਂ ਤੋਂ ਉਲਟ ਕਰਕੇ ਦੱਸੋ। ਵੀ ਕਿਤੇ ਉਹ ਕਹਿਣ ਨਹੀਂ ਨਹੀਂ ਅਜੇ ਵੀ ਇਹ ਸਾਡੇ ਅਧੀਨ ਨੇ। ਉਹ ਕਹਿੰਦੇ ਜੇ ਤੁਹਾਡੇ ਅਧੀਨ ਨੇ ਤੇ ਤੁਹਾਡੇ ਵਾਂਗੂ ਗੱਡੀ ਕਿਉਂ ਨਹੀਂ ਚਲਾਉਂਦੇ? ਇਹ ਬਿਜਲੀ ਤੁਹਾਡੇ ਵਾਂਗੂ ਕਿਉਂ ਨਹੀਂ ਜਗਾਉਂਦੇ? ਇਹ ਤੁਹਾਡੇ ਵਾਲੀ ਬਿਜਲੀ ਕਿਉਂ ਨਹੀਂ ਵਰਤਦੇ? ਜਦੋਂ ਕੋਈ ਬਿਜਲੀ ਦਾ ਕੋਈ ਇੰਸਟਰੂਮੈਂਟ ਖਰੀਦਣ ਲੱਗੋਗੇ, ਤੁਹਾਨੂੰ ਪੁੱਛਿਆ ਜਾਏਗਾ ਕਿ ਤੁਹਾਡੇ ਕੋਲੇ ਜਿਹੜੀ ਪਾਵਰ ਹੈ ਉਹ 220 ਹੈ 110 ਹੈ, ਨਹੀਂ ਤਾਂ ਅਡਾਪਟਰ ਯੂਜ਼ ਕਰਨਾ ਪਏਗਾ। ਮਤਲਬ ਉਹਨਾਂ ਨੇ ਮੈਸੇਜ ਦੇ ਦਿੱਤਾ ਵੀ ਅਸੀਂ ਤੁਹਾਡੇ ਗੁਲਾਮ ਨਹੀਂ ਆ। ਇਸੇ ਤਰ੍ਹਾਂ ਜਦੋਂ ਹਿੰਦੂ ਮੁਸਲਮਾਨ ਦੀ ਗੱਲ ਆਉਂਦੀ ਹੈ ਤੇ ਬਿਲਕੁਲ ਉਲਟ ਹੈ। ਹੁਣ ਉਹ ਇਹੀ ਗੱਲ ਸਾਰੇ ਪੁੱਛਦੇ ਨੇ ਵੀ ਜੇ ਤੂੰ ਮੁਸਲਮਾਨ ਹੈ ਤੇ ਗੰਗਾ ਤੇ ਲੈਣ ਕੀ ਆਇਆ? ਜੇ ਹਿੰਦੂ ਹੈ ਤੇ ਪਿੱਛੇ ਪੱਛਮ ਵੱਲ ਲਹਿੰਦੇ ਵਾਲੇ ਪਾਸੇ ਪਾਣੀ ਸੁੱਟਣ ਦਾ ਤੇਰਾ ਮਤਲਬ ਕੀ ਹੈ? ਹਿੰਦੂਆਂ ਦਾ ਤੇ ਕੋਈ ਲੈਣਾ ਦੇਣਾ ਹੀ ਨਹੀਂ ਹੈ। ਹਿੰਦੂ ਚੜ੍ਹਦੇ ਨੂੰ ਮੂੰਹ ਕਰਕੇ ਮੱਥਾ ਟੇਕਦੇ ਨੇ। ਇਸੇ ਕਰਕੇ ਕਿਹਾ ਜਾਂਦਾ ਨਾ ਵੀ ਇੰਡੀਆ ਦੇ ਵਿੱਚ ਕੀ ਹੈ, ਕਹਿੰਦੇ ਇੱਥੇ ਚੜ੍ਹਦੇ ਸੂਰਜ ਨੂੰ ਸਲਾਮ ਹੈ, ਡੁੱਬਦੇ ਨੂੰ ਤਾਂ ਕੋਈ ਬਾਏ ਬਾਏ ਵੀ ਨਹੀਂ ਕਰਦਾ, ਕੋਈ ਟਾਟਾ ਵੀ ਨਹੀਂ ਕਰਦਾ। ਸੂਰਜ ਉਹੀ ਹੈ, ਕਿਤੇ ਚੜ੍ਹ ਰਿਹਾ ਕਿਤੇ ਉਤਰ ਰਿਹਾ। ਜਿਹੜੇ ਪਾਸੇ ਉਤਰਦਾ ਕਿਉਂਕਿ ਉਹਨੇ ਪੱਛਮ ਵਾਲੇ ਪਾਸੇ ਉਤਰਨਾ। ਹੁਣ ਉਹਦੇ ਪਿੱਛੇ ਤੁਸੀਂ ਕਹੋਗੇ ਜੀ ਇਹ ਨਹੀਂ ਐਵੇਂ ਹੀ ਹੈ, ਐਵੇਂ ਨਹੀਂ ਹੈ। ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲ੍ਹੈ ਮੁਕਾਮਾ। ਨਹੀਂ ਭਾਈ, ਇਹਦੇ ਪਿੱਛੇ ਬੜਾ ਵੱਡਾ ਇੱਕ ਲੌਜਿਕ ਹੈ। ਹਿੰਦੂ ਕਹਿੰਦੇ ਨੇ ਰੱਬ ਦੱਖਣ ਵੱਲ ਹੈ, ਮੁਸਲਮਾਨ ਕਹਿੰਦੇ ਨਹੀਂ ਪੱਛਮ ਵੱਲ ਹੈ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਂ ਕੋ ਸੀਸ ਨਵਾਇਓ। ਕਉ ਬਤਾਨ ਕੋ ਪੂਜਤ ਹੈ ਪਛ, ਕਉ ਮਿਰਤਾਨ ਕੋ ਪੂਜਣ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਹੁਣ ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ, ਇਹ ਗੁਰੂ ਘਰ ਦਾ ਸਿਧਾਂਤ ਹੈ। ਜਿਹੜੀਆਂ ਅਗਲੀਆਂ ਪੰਕਤੀਆਂ ਨੇ, ਹਾਂਜੀ। ਇਤ ਦਿਸ਼ ਕਿਸ ਕਉ ਦੇਵੈ ਪਾਨੀ, ਕਹਿ ਤੇ ਕਹੈ ਰੀਤ ਨਹੀਂ ਠਾਨੀ। ਜੇ ਤੂੰ ਹਿੰਦੂ ਹੈ ਤਾਂ ਪੱਛਮ ਵਾਲੇ ਪਾਸੇ ਪਾਣੀ ਕਿਉਂ ਸੁੱਟਿਆ? ਜੇ ਪਾਣੀ ਸੁੱਟਿਆ ਤੇ ਇਹ ਦੱਸ, ਇਤ ਦਿਸ਼ ਕਿਸ ਕੋ ਦੇਵੈ ਪਾਨੀ, ਇਧਰ ਤੇਰਾ ਕੌਣ ਹੈ ਬਈ? ਇਧਰ ਪਾਣੀ ਕਿਹਨੂੰ ਦੇਣਾ ਤੂੰ? ਇਧਰ ਪਾਣੀ ਸੁੱਟਣ ਦਾ ਤੇਰਾ ਕੋਈ ਕਾਰਨ ਹੈ? ਤੇਰੇ ਕੋਲੇ ਕੋਈ ਦਲੀਲ ਹੈ ਭਾਈ? ਕਹਿ ਕੇ ਕਹੇ ਰੀਤ ਨਹੀਂ ਠਾਨੀ, ਜਦ ਤੈਨੂੰ ਸਮਝਾਇਆ ਕਿੰਨੇ ਹੈ, ਘੱਲਿਆ ਕਿੰਨੇ ਹੈ, ਪੜ੍ਹਾਇਆ ਕਿੰਨੇ ਹੈ? ਕੌਣ ਹੈ ਜਿਹੜਾ ਤੈਨੂੰ ਕਹਿੰਦਾ ਹੈ ਕਿ ਗੰਗਾ ਤੇ ਜਾਵੀਂ, ਹਰਿਦੁਆਰ ਜਾਵੀਂ, ਪੁਰਬ ਮੇਲੇ ਤੇ ਜਾਵੀਂ ਤੇ ਪਾਣੀ ਪੱਛਮ ਵਾਲੇ ਪਾਸੇ ਨੂੰ ਜਾ ਕੇ ਸੁੱਟੀ? ਤੈਨੂੰ ਕਿੰਨੇ ਘੱਲਿਆ?
ਹਾਂਜੀ। ਸੁਣ ਕਰ ਬੋਲੇ ਕਿਰਪਾ ਨਿਧਾਨਾ, ਤੁਮ ਇਤ ਦਿਸ਼ ਜਲ ਦੇਹੋ ਕਿਆ ਜਾਨਾ। ਸੁਣ ਕਰ ਬੋਲੇ ਕਿਰਪਾ ਨਿਧਾਨ। ਤੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਤੁਸੀਂ ਆਪਣੀ ਗੱਲ ਕਰ ਲਈ। ਦੇਖੋ ਇਹ ਵੀ ਸਿੱਖਣ ਦੀ ਲੋੜ ਹੈ। ਜਦੋਂ ਅਗਲਾ ਗੱਲ ਕਰੇ ਨਾ ਉਹਨੂੰ ਸੁਣ ਲਓ। ਸਾਡਾ ਸੁਭਾਅ ਵੀ ਅਸੀਂ ਵਿੱਚੇ ਬੋਲਣਾ ਸ਼ੁਰੂ ਕਰ ਦਿੰਦੇ। ਉਹਦੇ ਨਾਲ ਕੀ ਹੁੰਦਾ ਹੈ, ਉਹਦੇ ਨਾਲ ਕਾਵਾਂ ਰੌਲੀ ਜੀ ਪੈ ਜਾਂਦੀ ਹੈ ਤੇ ਨਤੀਜਾ ਕੋਈ ਨਿਕਲਦਾ ਨਹੀਂ। ਅਗਲੇ ਦੀ ਗੱਲ ਬੜੇ ਸਤਿਕਾਰ ਨਾਲ ਸੁਣੋ, ਆਪਣੀ ਗੱਲ ਬੜੀ ਨਿਮਰਤਾ ਨਾਲ ਕਹੋ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਥਿਊਰੀ ਹੈ। ਸਾਡਾ ਕੰਮ ਉਲਟਾ ਹੈ। ਮੈਂ ਬੋਲਾਂ ਹੰਕਾਰ ਵਿੱਚ, ਤੂੰ ਮੇਰੀ ਨਿਮਰਤਾ ਨਾਲ ਗੱਲ ਸੁਣ। ਅਸੀਂ ਇੱਥੇ ਖਲੋਤੇ ਹਾਂ। ਮੈਂ ਭਾਵੇਂ ਹੰਕਾਰ ਵਿੱਚ ਬੋਲਾਂ, ਉੱਚਾ ਬੋਲਾਂ, ਕੌੜਾ ਬੋਲਾਂ, ਫਿੱਕਾ ਬੋਲਾਂ, ਪਰ ਤੂੰ ਦੋ ਹੱਥ ਜੋੜ ਕੇ ਸੁਣ ਵੀ ਨਹੀਂ ਹਾਂਜੀ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ, ਇਹ ਵੀ ਠੀਕ ਹੈ ਜੀ, ਬਾਬਾ ਬਿਲਕੁਲ ਇੱਦਾਂ ਹੀ ਹੈ ਜੀ। ਅਸੀਂ ਚਾਹੁੰਦੇ ਹਾਂ ਅਗਲਾ ਗੱਲ ਸਾਡੀ ਨਿਮਰਤਾ ਨਾਲ ਸੁਣੇ। ਮੈਂ ਭਾਵੇਂ ਹੰਕਾਰ ਵਿੱਚ ਬੋਲਾਂ। ਸਤਿਗੁਰੂ ਕਹਿੰਦੇ ਨੇ ਨਹੀਂ, ਅਗਲੇ ਦੀ ਗੱਲ ਸਤਿਕਾਰ ਨਾਲ ਸੁਣਨੀ ਹੈ, ਆਪਣੀ ਗੱਲ ਨਿਮਰਤਾ ਨਾਲ ਕਹਿਣੀ ਹੈ। ਆਪਣੀ ਗੱਲ ਕਹਿਣ ਲੱਗਿਆਂ ਹੰਕਾਰ ਨਹੀਂ ਕਰਨਾ। ਸਤਿਗੁਰੂ ਬੜੇ ਸਹਿਜ ਵਿੱਚ ਬੋਲੇ, ਉਹਨਾਂ ਦੀਆਂ ਗੱਲਾਂ ਸੁਣ ਲਈਆਂ। ਨਹੀਂ ਤਾਂ ਜਿਵੇਂ ਉਹ ਕਹਿੰਦੇ ਸੀ ਤੂੰ ਹਿੰਦੂ ਹੈ ਮੁਸਲਮਾਨ ਹੈ, ਸਾਡੇ ਵਰਗੇ ਹੁੰਦੇ ਤੇ ਡੰਡਾ ਚੁੱਕ ਲੈਂਦੇ ਵੀ ਤੁਸੀਂ ਠੇਕੇਦਾਰ ਹੋ ਹਿੰਦੂਆਂ ਮੁਸਲਮਾਨਾਂ ਦੇ, ਤੁਸੀਂ ਕੌਣ ਹੋ? ਮੇਰਾ ਮਨ ਹੈ ਮੈਂ ਜੋ ਮਰਜ਼ੀ ਕਰਾਂ। ਅੱਜ ਹੀ ਪਾਠ ਅਸੀਂ ਪੜ੍ਹ ਲਿਆ ਹੈ ਨਾ ਕਿ ਮੈਂ ਭਾਵੇਂ ਇਹ ਕਰਾਂ, ਮੈਂ ਭਾਵੇਂ ਉਹ ਕਰਾਂ, ਤੂੰ ਕੌਣ ਹੈ? ਅੱਜ ਹਰ ਬੰਦੇ ਨੇ ਇੱਕ ਨਵਾਂ ਪਾਠ ਪੜ੍ਹ ਲਿਆ। ਉਹ ਆਪਣੀ ਗਲਤੀ ਮੰਨਣ ਸੁਧਾਰਨ ਦੀ ਥਾਂ ਤੇ ਸਵਾਲ ਕਰਨ ਵਾਲੇ ਨੂੰ ਹੀ ਪੁੱਛੀ ਜਾਂਦਾ ਹੈ। ਦੇਖੋ ਗੱਲ ਬੜੀ ਤਰੀਕੇ ਨਾਲ ਸੁਣਨਾ। ਤੁਸੀਂ ਕਿਸੇ ਬੰਦੇ ਨੂੰ ਕਹਿ ਕੇ ਵੇਖਿਓ ਤੂੰ ਸ਼ਰਾਬ ਪੀਣਾ ਹੈ, ਉਹ ਨਾ ਐਡੀ ਵੱਡੀ ਗਾਲ ਕੱਢੇਗਾ ਅੱਗੋਂ। ਕਿਹੜਾ ਪੀਂਦਾ ਤੇ ਕਿਹੜਾ ਕਹਿੰਦਾ ਹੈ? ਦੱਸੋ ਮੁੜ ਕੇ ਬੋਲਣ ਜੋਗੇ ਹੈਗੇ ਆ ਤੁਸੀਂ? ਮਤਲਬ ਮੈਂ ਪੁੱਛਿਆ ਵੀ ਕਾਕਾ ਤੂੰ ਸ਼ਰਾਬ ਪੀਂਦਾ ਹੈ? ਉਹਦਾ ਜਵਾਬ ਇਹ ਚਾਹੀਦਾ ਸੀ ਵੀ ਮੈਂ ਪੀਣਾ ਜਾਂ ਨਹੀਂ ਪੀਂਦਾ, ਖਤਮ ਹੋਈ ਗੱਲ। ਉਹਨੇ ਕੁਛ ਨਹੀਂ ਕਿਹਾ ਵੀ ਮੈਂ ਪੀਂਦਾ ਕਿ ਮੈਂ ਨਹੀਂ ਪੀਂਦਾ। ਉਹਨੇ ਵੱਡੀ ਸਾਰੀ ਗਾਲ ਕੱਢੀ ਹੈ, ਭਾਵੇਂ ਮਾਂ ਦਾ ਨਾਂ ਲੈ ਕੇ, ਭਾਵੇਂ ਭੈਣ ਦਾ ਨਾਂ ਲੈ ਕੇ। ਕਿਹੜਾ ਪੀਂਦਾ ਤੇ ਕੌਣ ਕਹਿੰਦਾ? ਹੁਣ ਖਹਿਣ ਵਾਲਿਆਂ 'ਚ ਤੇ ਤੁਸੀਂ ਸਾਹਮਣੇ ਬੈਠੇ ਹੋ ਗਿਆ ਨਾ ਸਤਿਆਨਾਸ਼। ਹੁਣ ਜਾਂ ਤੇ ਲੜਾਈ ਕਰ ਲਓ ਤੇ ਜਾਂ ਰੁਮਾਲ ਨਾਲ ਹੌਲੀ ਜੀ ਮੂੰਹ ਢੱਕ ਕੇ ਪਰਾਂ ਨੂੰ ਖਿਸਕ ਜਾਓ ਵੀ ਹੁਣ ਘਰ ਤੇ ਤੇਰਾ ਅਗਲੇ ਨੇ ਪੂਰਾ ਕਰ ਹੀ ਦਿੱਤਾ ਵੀ ਉਹਨੇ ਤੇ ਗਾਲ ਵੀ ਕੱਢਤੀ, ਨਾਲ ਵੀ ਕਹਿੰਦਾ ਕੌਣ ਹੈ। ਅੱਜ ਹਾਲਾਤ ਇਹ ਨੇ। ਅਸੀਂ ਗੱਲ ਨਿਮਰਤਾ ਨਾਲ ਕਹਿਣ ਦੀ ਤੋਂ ਦੂਰ ਚਲੇ ਗਏ, ਅਗਲੇ ਦੀ ਗੱਲ ਸਤਿਕਾਰ ਨਾਲ ਸੁਣਨ ਤੋਂ ਦੂਰ ਚਲੇ ਗਏ। ਗੁਰੂ ਸਾਹਿਬ ਨੇ ਉਹਨਾਂ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ। ਵਾਜਬ ਹੈ, ਹਿੰਦੂਆਂ ਦਾ ਤੀਰਥ ਹੈ, ਹਿੰਦੂਆਂ ਦਾ ਪੁਰਬ ਹੈ, ਹਿੰਦੂ ਲੋਕ ਉੱਥੇ ਆਏ ਨੇ। ਜਦੋਂ ਆਪਣੀ ਉਹ ਰੌ ਰੀਤ ਦੇ ਉਲਟ ਵੇਖਣਗੇ ਤੇ ਸੁਭਾਵਕ ਹੈ ਗੁੱਸਾ ਤਾਂ ਕਰਨਗੇ ਭਾਈ। ਗੁੱਸਾ ਉਹਨਾਂ ਠੀਕ ਕੀਤਾ। ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਉਹਨਾਂ ਨੇ ਕਿਹਾ ਵੀ ਜੇ ਤੂੰ ਮੁਸਲਮਾਨ ਹੈ ਤੇ ਲੈਣ ਕੀ ਆਇਆ, ਜੇ ਹਿੰਦੂ ਹੈ ਤੇ ਇਉਂ ਕਿਵੇਂ ਕਰਦਾ, ਕਿਉਂ ਕਰਦਾ? ਹੁਣ ਸਤਿਗੁਰੂ ਕੀ ਕਹਿੰਦੇ ਨੇ? ਸੁਣ ਕਰ ਬੋਲੇ ਕਿਰਪਾ ਨਿਧਾਨਾ। ਕਿਰਪਾ ਦੇ ਘਰ, ਕਿਰਪਾ ਦੇ ਖਜ਼ਾਨੇ, ਜਿਨ੍ਹਾਂ ਕੋਲੇ ਕਿਰਪਾ ਦੇ ਭੰਡਾਰ ਭਰੇ ਪਏ ਨੇ, ਉਹਨਾਂ ਕੋਲ ਇੱਕ ਅੱਧੀ ਕਿਰਪਾ ਨਹੀਂ ਹੈ। ਸਾਡੇ ਕੋਲ ਇੱਕ ਅੱਧੀ ਕਿਰਪਾ ਹੈ। ਕਿਸੇ ਨੇ ਗੱਲ ਕੀਤੀ, ਉਹਨੂੰ ਇੱਕ ਵਾਰੀ ਹੌਲੀ ਜੀ ਜਵਾਬ ਦੇਤਾ, ਉਹਨੇ ਫਿਰ ਗੱਲ ਕੀਤੀ, ਕਹਿੰਦਾ ਮੈਂ ਤੈਨੂੰ ਬੰਦਿਆਂ ਵਾਂਗੂ ਸਮਝਾਤਾ ਹੀ, ਉਹ ਕਿਰਪਾ ਖਤਮ ਹੋ ਗਈ। ਦੂਜੇ ਸਕਿੰਟ ਉਹ ਕਿਰਪਾ ਮੁੜ ਕੇ ਲੱਭਦੀ ਨਹੀਂ। ਆਪਾਂ ਸਾਡਾ ਟੈਂਪਰੀ ਫਰਕ ਪੈ ਜਾਂਦਾ। ਇੱਥੇ ਗੁਰੂ ਨਾਨਕ ਦੇ ਘਰ ਵਿੱਚ ਖਜ਼ਾਨੇ ਨੇ ਕਿਰਪਾ ਦੇ। 1000 ਵਾਰੀ ਵੀ ਪੁੱਛੋਗੇ ਜਵਾਬ ਉਦਾਂ ਹੀ ਮਿਲੇਗਾ। ਕਿਰਪਾ ਦੇ ਘਰ ਗੁਰੂ ਨਾਨਕ ਨੇ ਉੱਤਰ ਦਿੱਤਾ ਹੈ
ਤੁਮ ਇਤ ਦਿਸ਼ ਜਲ ਦੇ ਕਿਆ ਜਾਣਾ। ਸਤਿਗੁਰੂ ਕਹਿਣ ਲੱਗੇ ਭਾਈ ਮੈਨੂੰ ਇੱਕ ਗੱਲ ਦੱਸ ਦਿਓ ਕਿ ਜਿਹੜਾ ਤੁਸੀਂ ਪਾਣੀ ਪੂਰਬ ਵੱਲ ਦਿੰਦੇ ਹੋ ਤੁਸੀਂ ਕੀ ਜਾਣਦੇ ਹੋ, ਤੁਹਾਨੂੰ ਇਹਦੇ ਬਾਰੇ ਕੀ ਪਤਾ ਹੈ, ਇਹਦੇ ਪਿੱਛੇ ਤੁਹਾਡੀ ਕੀ ਮਾਨਤਾ ਹੈ, ਕਿਹੜੀ ਗੱਲ ਨੂੰ ਆਧਾਰ ਬਣਾ ਕੇ ਤੁਸੀਂ ਇਸ ਪਾਸੇ ਨੂੰ ਪਾਣੀ ਸੁੱਟ ਰਹੇ ਹੋ। ਕਹਿ ਤੁਮ ਦੇਹੋ ਕੌਣ ਤੇ ਲਈ, ਪ੍ਰਥਮ ਬਤਾਵੋ ਮੁਝ ਕਉ ਸੇਈ। ਕਹਿ ਤੁਮ ਦੇਹ ਕੌਣ ਤੇ ਲਈ। ਗੁਰੂ ਸਾਹਿਬ ਦਾ ਹੁਣ ਸਵਾਲ ਬਹੁਤ ਵੱਡਾ ਹੈ, ਜੇ ਤੇ ਗੱਲਬਾਤ ਕਰੋ ਤੇ ਇਹਨਾਂ ਗੱਲਾਂ ਦੇ ਜਵਾਬ ਹੈ ਨਹੀਂ। ਪਰ ਆਪ ਜੀ ਨੇ ਇਹ ਗੱਲ ਇਸ ਕਥਾ ਦੇ ਵਿੱਚ ਸੁਣ ਲਈ ਹੈ ਕਿ ਕਿਉਂ ਹੋਇਆ ਤੇ ਕਿਉਂ ਹੋਇਆ। ਬਸ ਇੱਥੋਂ ਸਾਡੀ ਲੜਾਈ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਪਿਤਾ ਜੀ ਕਹਿਣ ਲੱਗੇ ਕਿਹ ਤੁਮ ਦੇਹੋ, ਕਿਹਨੂੰ ਦਿੰਦੇ ਹੋ ਤੁਸੀਂ। ਇਹ ਜਿਹੜਾ ਪਾਣੀ ਸੁੱਟਦੇ ਹੋ ਕਿਸੇ ਕੋਲ ਪਹੁੰਚਦਾ, ਕੋਈ ਇਸ ਪਾਣੀ ਨੂੰ ਰਿਸੀਵ ਕਰਦਾ। ਭਾਵੇਂ ਕਿਤੇ ਪਾਣੀ ਕਿਤੇ ਜਾਂਦਾ ਵੀ ਹੈ ਕਿ ਨਹੀਂ ਜਾਂਦਾ, ਕਿ ਉਵੇਂ ਵਿਹਲੇ ਹੋ ਚਲੋ 2 ਮਿੰਟ ਆਪਾਂ ਪਾਣੀ ਸੁੱਟ ਲਈਏ। ਤੁਸੀਂ ਅੱਜ ਕੱਲ੍ਹ ਪਾਰਕਾਂ 'ਚ ਜਾਓ ਨਾ ਤਾਂ ਮੇਰੇ ਵਰਗੇ ਕਦੇ ਐਵੇਂ ਬਾਹਾਂ ਜੀਆਂ ਖਲੋ ਕੇ ਖੋਲ ਕੇ ਹੱਸੀ ਜਾਂਦੇ ਨੇ, ਕਦੇ ਤਾੜੀਆਂ ਮਾਰੀ ਜਾਂਦੇ ਨੇ, ਕਮਲੇ ਉਹ ਵੀ ਨਹੀਂ। ਗੱਲ ਤਾਂ ਠੀਕ ਹੈ ਵੀ ਥੋੜ੍ਹਾ ਬਹੁਤਾ ਕਿਤੇ ਫੇਫੜਿਆਂ ਨੂੰ ਵੀ ਕਿਤੇ ਐਕਸਰਸਾਈਜ਼ ਹੋਣੀ ਚਾਹੀਦੀ ਹੈ, ਕਿਉਂਕਿ ਹੁਣ ਆਪਾਂ ਇੱਕ ਦੂਜੇ ਨੂੰ ਵੇਖ ਕੇ ਸੜੀ ਜਾਂਦੇ, ਹੱਸਦੇ ਤਾਂ ਹੈ ਹੀ ਨਹੀਂ। ਆਪਾਂ ਇੱਕ ਦੂਜੇ ਨੂੰ ਵੇਖ ਕੇ ਸੜੀ ਜਾਂਦੇ ਹਾਂ ਨਾ। ਹੁਣ ਫੇਫੜਿਆਂ ਦੀ ਐਕਸਰਸਾਈਜ਼ ਕਿਵੇਂ ਹੋਏਗੀ। ਕਦੇ ਇੱਕ ਜ਼ਮਾਨਾ ਹੁੰਦਾ ਸੀ, ਕਦੇ ਅੱਜ ਸੁਣਿਆ ਤੁਸੀਂ ਵੀ ਅਸੀਂ ਉੱਥੇ ਗਏ ਹੱਸ ਹੱਸ ਕੇ ਢਿੱਡੀ ਪੀੜਾਂ ਪੈ ਗਈਆਂ, ਸੁਣਿਆ ਕਦੇ। ਅਸੀਂ ਉੱਥੇ ਗਏ, ਉੱਥੇ ਇੰਨਾ ਹੱਸੇ ਕਿ ਮੇਰੀਆਂ ਤਾਂ ਅੱਖਾਂ 'ਚੋਂ ਪਾਣੀ ਵੀ ਨਿਕਲ ਆਇਆ। ਨਹੀਂ, ਹੁਣ ਅੱਜ ਕੱਲ੍ਹ ਇੰਨਾ ਰੋ ਲੈਂਦੇ ਅਸੀਂ ਵੀ 2 4 5 ਨੈਪਕਿਨ ਤਾਂ ਐਵੇਂ ਹੀ ਭੇਜ ਜਾਂਦੇ ਨੇ, ਦੁੱਖ ਹੀ ਇੰਨੇ ਨੇ। ਹੁਣ ਉਹਦੇ ਲਈ ਫਿਰ ਸਾਨੂੰ ਪਾਰਕਾਂ 'ਚ ਜਾ ਕੇ ਐਵੇਂ ਉਹ ਬਿਨਾਂ ਕਾਰਨ ਹੀ ਦੰਦ ਜਿਹੇ ਕੱਢਣੇ ਪੈਂਦੇ ਨੇ ਵੀ ਚਲੋ ਥੋੜ੍ਹੇ ਬਹੁਤੇ ਫੇਫੜੇ ਖੋਲ੍ਹ ਲਈਏ। ਉਹਦਾ ਵੀ ਕੋਈ ਰੀਜ਼ਨ ਤੇ ਹੈ ਨਾ, ਕੋਈ ਲੌਜਿਕ ਤੇ ਹੈ। ਸਤਿਗੁਰੂ ਕਹਿੰਦੇ ਚਲੋ ਮੈਨੂੰ ਇੰਨਾ ਹੀ ਦੱਸ ਦਿਓ ਵੀ ਇਹ ਜਿਹੜਾ ਤੁਸੀਂ ਪਾਣੀ ਦਿੰਦੇ ਹੋ ਕੋਈ ਅੱਗੇ ਪਾਣੀ ਲੈਂਦਾ। ਸ਼ਬਦ ਹੈ ਕਿਹ ਤੁਮ ਦੇਹੋ ਕੌਣ ਤੇ ਲਈ। ਅੱਗੇ ਕੌਣ ਹੈ ਪਾਣੀ ਰਿਸੀਵ ਕਰਨ ਵਾਲਾ। ਇਹ ਜਿਹੜੀ ਚੀਜ਼ ਤੁਸੀਂ ਸੁੱਟ ਰਹੇ ਹੋ ਅੱਗੋਂ ਫੜਦਾ ਵੀ ਹੈ ਕੋਈ। ਪ੍ਰਥਮ ਬਤਾਵੋ ਮੁਝ ਕੋ ਸਹੀ। ਸਤਿਗੁਰੂ ਕਹਿੰਦੇ ਤੁਸੀਂ ਦੱਸ ਦਿਓ ਤੇ ਮੈਂ ਵੀ ਦੱਸ ਦਿੰਦਾ। ਜੇ ਤੁਹਾਡੇ ਕੋਲ ਕੋਈ ਜਵਾਬ ਹੈਗਾ, ਤੁਹਾਡੇ ਕੋਲ ਕੋਈ ਉੱਤਰ ਹੈਗਾ, ਤੁਸੀਂ ਆਪਣਾ ਦੇ ਦਿਓ, ਮੈਂ ਆਪਣਾ ਦੇ ਦੇਣਾ। ਹਾਂਜੀ। ਨਰ ਬੋਲੇ ਜੇ ਪਿਤਰ ਹਮਾਰੇ, ਤਿਨ ਕੋ ਜਲ ਦੇ ਨਹਾਏ ਸੰਕਾਰੇ। ਉਹ ਕਹਿਣ ਲੱਗੇ ਜੀ ਇੱਧਰ ਸਾਡੇ ਪਿੱਤਰ ਰਹਿੰਦੇ ਨੇ, ਸਾਡੇ ਬਜ਼ੁਰਗ ਰਹਿੰਦੇ ਨੇ, ਤੇ ਅਸੀਂ ਕੀ ਕਰਦੇ ਹਾਂ, ਅਸੀਂ ਰੋਜ਼ ਜਦੋਂ ਸਵੇਰੇ ਨਹਾਉਣਾ ਹੁੰਦਾ ਹੈ ਪਹਿਲਾਂ ਅਸੀਂ ਆਪਣੇ ਪਿੱਤਰਾਂ ਨੂੰ ਬਜ਼ੁਰਗਾਂ ਨੂੰ ਜਲ ਛਕਾਉਂਦੇ ਹਾਂ, ਉਹਨਾਂ ਨੂੰ ਪਾਣੀ ਦਿੰਦੇ ਹਾਂ, ਤਾਂ ਕਿ ਜਿਹੜੇ ਸਾਡੇ ਵੱਡ ਵਡੇਰੇ ਸਾਡੇ ਵਡਕੇ ਸਾਡੇ ਪੁਰਖੇ ਮਰ ਗਏ ਨੇ, ਉਹ ਜਿੱਥੇ ਸਵਰਗ ਲੋਕ ਦੇ ਵਿੱਚ ਰਹਿੰਦੇ ਨੇ, ਅਸੀਂ ਚਾਹੁੰਦੇ ਹਾਂ ਕਿ ਪਹਿਲਾ ਪਾਣੀ ਉਹਨਾਂ ਨੂੰ ਪਹੁੰਚਾਇਆ ਜਾਵੇ, ਉਹ ਵੀ ਇਸ ਪਾਣੀ ਨਾਲ ਨਹਾ ਧੋ ਲੈਣ, ਪਾਣੀ ਪੀ ਲੈਣ, ਛਕ ਲੈਣ। ਹਾਂਜੀ। ਜਲ ਲੇ ਕਰ ਸੋਹਵੈ ਤ੍ਰਿਪਤਾਈ, ਹਮ ਕੋ ਸਦਾ ਹੋਤ ਸੁਖਦਾਈ। ਨਰ ਬੋਲੇ ਜੇ ਪਿੱਤਰ ਹਮਾਰੇ, ਤਿਨ ਕੇ ਜਲ ਦੇ ਨਹਾਏ ਸਕਾਰੇ। ਜਲ ਲੈ ਕਰ ਸੋ ਹਵੈ ਤ੍ਰਿਪਤਾਈ, ਹਮਕੋ ਸਦਾ ਹੋਤ ਸੁਖਦਾਈ। ਉਹ ਪਾਣੀ ਪੀ ਕੇ ਬੜੇ ਖੁਸ਼ ਹੁੰਦੇ ਨੇ ਜਿਹੜੇ ਪਿੱਤਰ ਨੇ, ਸਵਰਗਾਂ 'ਚ ਬੈਠੇ ਜਿਹੜੇ ਬਜ਼ੁਰਗ ਨੇ ਸਾਡੇ। ਫਿਰ ਕਹਿੰਦੇ ਉਹ ਸਾਨੂੰ ਸੀਸਾਂ ਦਿੰਦੇ ਨੇ, ਜਿਹਨੂੰ ਅੱਜ ਸ਼ਬਦ ਅਸੀਂ ਕਹਿੰਦੇ ਜੀ ਉਤੋਂ ਬਲੈਸਿੰਗ ਆਉਂਦੀਆਂ ਨੇ। ਹੁਣ ਉਤੋਂ ਬਲੈਸਿੰਗ ਜਿਹੜੀਆਂ ਆਉਂਦੀਆਂ ਨੇ
ਉਹ ਉਸੇ ਗੱਲ ਤੇ ਟਿਕੀਆਂ ਹੋਈਆਂ ਨੇ ਵੀ ਉੱਤੇ ਇੱਕ ਸਵਰਗ ਹੈ, ਉੱਥੇ ਬੁੱਢੇ ਬੈਠੇ ਨੇ, ਉਹ ਉੱਤੋਂ ਸੀਸਾਂ ਦਿੰਦੇ ਨੇ। ਪਰ ਇਹ ਗੱਲ ਯਾਦ ਰੱਖਣਾ, ਜਿਨ੍ਹਾਂ ਦੇ ਇੱਥੇ ਬੁੱਢੇ ਗਾਲਾਂ ਕੱਢਦੇ ਮਰ ਗਏ, ਉਹਨਾਂ ਨੇ ਜੇ ਕੋਈ ਨਹੀਂ ਜੇ ਦੇਣੀਆਂ। ਵੈਸੇ ਇੱਕ ਗੱਲ ਜਿਹੜੀ ਹੈ ਨਾ, ਉਹ ਸ਼ਾਹਜਹਾਨ ਦੀ ਬੜੀ ਬਹੁਤ ਵਧੀਆ। ਜਦੋਂ ਸਿਕੰਦਰਾ ਦੇ ਵਿੱਚ ਉਹ ਬੰਦ ਸੀ ਨਾ, ਤੇ ਉਹਨੇ ਔਰੰਗਜ਼ੇਬ ਕੋਲੋਂ ਪਾਣੀ ਮੰਗਿਆ, ਚਿੱਠੀ ਲਿਖੀ, ਤੇ ਔਰੰਗਜ਼ੇਬ ਨੇ ਚਿੱਠੀ ਦਾ ਜਵਾਬ ਦਿੱਤਾ, ਕਹਿੰਦਾ ਅੱਬਾ ਅੱਛਾ ਹੁੰਦਾ ਕਿ ਜਿਹੜਾ ਪਾਣੀ ਲੈ ਕੇ ਤੂੰ ਸ਼ਾਹੀ ਬਣਾ ਕੇ ਮੈਨੂੰ ਚਿੱਠੀ ਲਿਖੀ ਹੈ, ਉਹ ਪਾਣੀ ਪੀ ਕੇ ਤੂੰ ਆਪਣੀ ਪਿਆਸ ਬੁਝਾ ਲੈਣਾ, ਵੀ ਤੇਰੀ ਚਿੱਠੀ ਦਾ ਅਸਰ ਤੇ ਮੇਰੇ ਤੇ ਕੋਈ ਨਹੀਂ ਹੈਗਾ। ਇੱਥੇ ਫਿਰ ਸ਼ਾਹਜਹਾਨ ਔਰੰਗਜ਼ੇਬ ਨੂੰ ਕਹਿੰਦਾ ਐ ਔਰੰਗਜ਼ੇਬ, ਮੈਂ ਇੱਕ ਮੁਸਲਮਾਨ ਹਾਂ, ਮੈਂ ਸਾਰੀ ਉਮਰ ਹਿੰਦੂਆਂ ਨੂੰ ਕਾਫਰ ਕਹਿੰਦਾ ਰਿਹਾ ਵੀ ਇਹ ਤੇ ਕਾਫਰ ਨੇ, ਪਰ ਅੱਜ ਮੈਂ ਕਹਿਣਾ ਕਿ ਤੇਰੇ ਵਰਗੇ ਮੋਮਨ ਮੁਸਲਮਾਨ ਨਾਲੋਂ ਐ ਔਰੰਗਜ਼ੇਬ, ਤੇਰੇ ਵਰਗੇ 5 ਵਕਤ ਦੀਆਂ ਨਮਾਜ਼ਾਂ ਪੜ੍ਹਨ ਵਾਲੇ, ਰੋਜ਼ੇ ਰੱਖਣ ਵਾਲੇ, ਮਸੀਤਾਂ ਵਿੱਚ ਜਾ ਕੇ ਸਜਦੇ ਕਰਨ ਵਾਲੇ ਮੁਸਲਮਾਨ ਨਾਲੋਂ ਇਹ ਹਿੰਦੂ ਕਾਫਰ ਵੀ ਚੰਗੇ ਨੇ। ਇਹ ਆਪਣੇ ਜਿਉਂਦੇ ਮਾਂ-ਬਾਪ ਦੀ ਸੇਵਾ ਤੇ ਕਰਦੇ ਨੇ, ਮਰ ਜਾਣ ਤੇ ਉਹਨਾਂ ਪਿੱਤਰਾਂ ਨੂੰ ਵੀ ਪਾਣੀ ਦਿੰਦੇ ਨੇ, ਤੇ ਤੂੰ ਮੈਨੂੰ ਜਿਉਂਦੇ ਬਾਪ ਨੂੰ ਪਾਣੀ ਦੇਣ ਲਈ ਤਿਆਰ ਨਹੀਂ। ਔਰੰਗਜ਼ੇਬ ਨੇ ਆਪਣੇ ਮਾਂ ਪਿਓ ਦਾ ਰੋਟੀ ਪਾਣੀ ਵੀ ਬੰਦ ਕਰ ਦਿੱਤਾ ਸੀ। ਹੁਣ ਇਹ ਕਹਿਣ ਲੱਗੇ ਜੀ ਸਾਡੇ ਬਜ਼ੁਰਗ ਨੇ, ਅਸੀਂ ਉਹਨਾਂ ਨੂੰ ਪਾਣੀ ਦਿੰਦੇ ਆ, ਉਹ ਸਾਨੂੰ ਉਤੋਂ ਆਪਣੀਆਂ ਬਲੈਸਿੰਗ ਦਿੰਦੇ ਨੇ, ਅਸੀਸਾਂ ਦਿੰਦੇ ਨੇ, ਉਸ ਸਾਡੀ ਸੁੱਖ ਮੰਗਦੇ ਨੇ ਉੱਪਰ ਬੈਠੇ। ਇਸ ਕਰਕੇ ਅਸੀਂ ਸਵੇਰੇ ਨਹਾਉਂਦੇ ਆ ਤੇ ਸੂਰਜ ਵਾਲੇ ਪਾਸੇ ਮੂੰਹ ਕਰਕੇ ਅਸੀਂ ਪਾਣੀ ਸੁੱਟਦੇ ਆ। ਸ਼੍ਰੀ ਗੁਰ ਤਿਨ ਸੋ ਬੈਨ ਉਚਾਰੇ, ਕਿਤਕ ਦੂਰ ਹੈ ਪਿਤਰ ਤੁਮਾਰੇ। ਸਤਿਗੁਰੂ ਜੀ ਕਹਿਣ ਲੱਗੇ ਭਾਈ ਇੱਥੋਂ ਤੱਕ ਤੇ ਗੱਲ ਤੁਹਾਡੀ ਸ਼ਰਧਾ ਤੇ ਵਿਸ਼ਵਾਸ ਤੇ ਟਿਕੀ ਹੈ, ਤੁਹਾਡੇ ਭਰੋਸੇ ਅਕੀਦੇ ਤੇ ਟਿਕੀ ਹੈ, ਚਲੋ ਠੀਕ ਹੈ, ਪਰ ਇੱਕ ਜਵਾਬ ਹੋਰ ਦੇ ਦਿਓ ਵੀ ਉਹ ਜਿਹੜੇ ਤੁਹਾਡੇ ਪਿੱਤਰ ਨੇ ਉਹ ਕਿੰਨੀ ਕੁ ਦੂਰ ਰਹਿੰਦੇ ਨੇ। ਭਾਵ ਤੁਸੀਂ ਇੱਥੇ ਗੰਗਾ 'ਚ ਖਲੋਤੇ ਹੋ, ਉਹ ਇੱਥੋਂ ਕਿੰਨੀ ਦੂਰ ਨੇ? 100 ਮੀਲ ਨੇ, 200 ਮੀਲ ਨੇ, 400 ਮੀਲ ਨੇ। ਹਾਂਜੀ। ਜਿਨ ਕੋ ਜਲ ਤੁਮ ਦੇਤ ਸਦਾਈ, ਲੇ ਕਰ ਜੋ ਹੋਵਤ ਤ੍ਰਿਪਤਾਈ। ਜਿਨ੍ਹਾਂ ਨੂੰ ਤੁਸੀਂ ਜਲ ਦਿੰਦੇ ਹੋ, ਰੋਜ਼ ਦਿੰਦੇ ਹੋ, ਤੇ ਜਿਹੜੇ ਤੁਹਾਡਾ ਜਲ ਪੀ ਕੇ ਰੋਜ਼ ਤ੍ਰਿਪਤ ਹੁੰਦੇ ਨੇ, ਉਹ ਕਿੰਨੀ ਕੁ ਦੂਰ ਰਹਿੰਦੇ ਨੇ ਭਾਈ? ਭਾਵ ਤੁਹਾਡਾ ਤੇ ਉਹਨਾਂ ਦਾ ਡਿਸਟੈਂਸ ਕਿੰਨਾ ਹੈ? ਇਹ ਨਾ ਸਿੱਖ ਲਓ। ਆਪਾਂ ਨੇ ਇੱਕ ਗੱਲ ਸਿੱਖ ਲਈ ਹੈ, ਲੜਨਾ ਤੇ ਮਰਨਾ। ਪਰ ਦੁਨੀਆ ਦੀਆਂ ਜੰਗਾਂ ਦਾ ਇਤਿਹਾਸ ਪੜ੍ਹ ਲਿਓ। ਇਹ ਜੰਗ ਯੁੱਧ ਜਦੋਂ ਵੀ ਖਤਮ ਹੋਏ ਨੇ, ਇਹ ਗੱਲਬਾਤ ਨਾਲ ਖਤਮ ਹੋਏ ਨੇ, ਤਲਵਾਰਾਂ ਨਾਲ ਖਤਮ ਨਹੀਂ ਹੋਏ। ਹੁਣ ਤੁਸੀਂ ਕਹੋਗੇ ਜੀ ਮੁੱਕ ਜਾਂਦੇ ਨੇ, ਬਿਲਕੁਲ ਨਹੀਂ ਜੇ ਮੁੱਕਦੇ। ਅਫਗਾਨਿਸਤਾਨ 'ਚ ਮੁੱਕ ਗਿਆ। ਅਮਰੀਕਾ ਨੇ ਮਾਰ-ਮਾਰ ਛਿੱਤਰ, ਮਾਰ-ਮਾਰ ਜੁੱਤੀਆਂ, ਉਹ ਜਿਹੜੇ ਉੱਥੇ ਤਾਲਿਬਾਨ ਸੀ ਉਹਨਾਂ ਤੇ ਕਬਜ਼ਾ ਕਰ ਲਿਆ। ਪਰ ਤੁਸੀਂ ਕੀ ਕਹਿੰਦੇ ਹੋ, ਮੁੱਕ ਗਿਆ ਕੰਮ? ਨਹੀਂ। ਜਿੰਨਾ ਚਿਰ ਇੱਕ ਇੱਕ ਤਾਲਿਬਾਨ ਜਿਉਂਦਾ ਹੈ ਨਾ, ਉਹ ਅਮਰੀਕਾ ਦੇ ਨੱਕ 'ਚ ਦਮ ਦੇ ਕੇ ਰੱਖੇਗਾ। ਬੜੀ ਵਾਰੀ ਅਮਰੀਕਾ ਨੇ ਕੋਸ਼ਿਸ਼ ਕੀਤੀ ਵੀ ਉਹਨਾਂ ਨਾਲ ਬਹਿ ਕੇ ਗੱਲਬਾਤ ਕਰ ਲਈ ਜਾਵੇ। ਅਖੀਰ ਕਿਤੇ ਨਾ ਕਿਤੇ ਜਾ ਕੇ ਟੇਬਲ ਟਾਕ ਹੋਏਗੀ, ਡਿਬੇਟ ਹੋਏਗੀ, ਕੁਝ ਹੱਕ ਹਕੂਕ ਉਹਨਾਂ ਨੂੰ ਦੇਣੇ ਪੈਣਗੇ, ਸੰਧੀ ਹੋਏਗੀ, ਤਾਂ ਜਾ ਕੇ ਜੰਗ ਮੁੱਕਣੀ। ਨਹੀਂ ਤੇ ਜੰਗ ਨਹੀਂ ਮੁੱਕਣੀ। ਬਾਕੀ ਕਿਸੇ ਮੁਲਕ ਦੀ ਕਹਾਣੀ ਪੜ੍ਹ ਕੇ ਵੇਖ ਲਓ ਤੁਸੀਂ, ਇਰਾਕ ਦੀ ਪੜ੍ਹ ਲਓ ਵੀ ਮੁੱਕ ਗਈ ਹੈ, ਨਹੀਂ ਮੁੱਕੀ।
ਗਦਾਫੀ ਮਰ ਗਿਆ, ਸੁਦਾਮ ਹੁਸੈਨ ਮਰ ਗਿਆ, ਤਾਂ ਕੀ ਫਰਕ ਪੈਂਦਾ ਮਰ ਗਿਆ ਤੇ? ਉਹਦੇ ਨਾਲ ਕੀ ਫਰਕ ਪੈਂਦਾ? ਉੱਥੇ ਕਈ ਸਦਾਮ ਹੁਸੈਨ ਜੰਮਣਗੇ, ਉੱਥੇ ਕਈ ਗਦਾਫੀ ਜੰਮਣਗੇ। ਜਦੋਂ ਪੰਜਾਬ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਰੌਲਾ ਪੈ ਗਿਆ ਵੀ ਉਹ ਤੇ ਜੀ ਉਹਨੂੰ ਖਤਮ ਕਰ ਦਿੱਤਾ, ਤੋ ਕਿਤੇ ਬੱਸ 'ਚ ਬੈਠੀਆਂ ਸੀ ਮਾਈਆਂ, ਤੇ ਉੱਥੇ ਕੋਈ ਖੁਸ਼ ਹੁੰਦੇ ਹੋਣੇ ਨੇ, ਉਹ ਭਿੰਡਰੀ ਵਾਲਾ ਤੇ ਮਾਰਤਾ। ਕਹਿੰਦੇ ਇੱਕ ਮਾਈ ਕਹਿਣ ਲੱਗੀ ਵੀ ਕਾਕਾ ਇੱਕ ਮਾਰਤਾ ਜੇ, ਹੁਣ ਅਸੀਂ ਜੰਮਣੇ ਹੀ ਭਿੰਡਰ ਵਾਲੇ ਨੇ, ਹੁਣ ਕੀ ਕਰੋਗੇ ਤੁਸੀਂ? ਗੱਲ ਨੂੰ ਗੱਲਬਾਤ ਨਾਲ ਮੁਕਾਓਗੇ ਤੇ ਮੁੱਕ ਜਾਏਗੀ, ਹਥਿਆਰਾਂ ਨਾਲ ਮੁੱਕੇਗੀ ਨਹੀਂ। ਦੇਖੋ, ਮੈਂ ਕਿਸੇ ਦਾ ਬਾਪ ਮਾਰ ਦਿਆਂ, ਗੱਲਬਾਤ ਨਾਲ ਮੁੱਕ ਜਾਏਗੀ। ਮੈਂ ਉਹਨਾਂ ਦੇ ਘਰ ਜਾ ਕੇ ਮਾਫੀ ਮੰਗ ਲਵਾਂ, ਮੈਂ ਮੰਗਾਂ, ਮੇਰੀ ਮਾਂ ਮੰਗੇ, ਮੇਰੀ ਘਰ ਵਾਲੀ ਮੰਗੇ, ਮੇਰੇ ਬੱਚੇ ਮੰਗਣ ਜੀ ਮਾਫ ਕਰ ਦਿਓ ਜੀ, ਮੁੱਕ ਜੇਗੀ। ਜੇ ਨਹੀਂ ਮੰਗਾਂਗੇ ਤਾਂ ਨਹੀਂ ਮੁੱਕੇਗੀ। ਕੋਈ ਨਾ ਕੋਈ ਦਾਦਾ ਪੋਤਰਾ ਉਹਦਾ ਉੱਠ ਪਏਗਾ, ਉਹ ਮੈਨੂੰ ਨਹੀਂ ਮਾਰੇਗਾ, ਮੇਰੇ ਕਿਸੇ ਪੁੱਤ ਪੋਤਰੇ ਨੂੰ ਮਾਰੇਗਾ। ਦੇਖੋ, ਇਹਨੂੰ ਸਮਝਣ ਦੀ ਲੋੜ ਹੈ। ਇੱਕ ਗਵਰਨਰ ਬੋਲਿਆ, ਅਗਰ ਮੈਂ ਠੀਕ ਕਹਿ ਰਿਹਾ ਹੋਵਾਂ ਤੇ ਸ਼ਾਇਦ ਗੋਆ ਦਾ ਸ਼ਾਇਦ ਉਹ ਗਵਰਨਰ ਹੈ, ਗੋਆ ਦਾ। ਉਹਨੇ ਮੋਦੀ ਜੀ ਨੂੰ ਸਲਾਹ ਦਿੱਤੀ, ਕਹਿੰਦਾ ਇਹ 300 ਸਾਲ ਲੜਦੇ ਰਹੇ ਮੁਗਲਾਂ ਨਾਲ, ਲੜਾਈ ਨਾ ਕਰ ਇਹਨਾਂ ਨਾਲ, ਇਹਨਾਂ ਨਾਲ ਬੈਠ ਕੇ ਗੱਲਬਾਤ ਕਰ। ਜਦੋਂ ਮੁਗਲ ਸਾਡੇ ਨਾਲ ਗੱਲ ਕਰਦੇ ਸੀ, ਕਈ ਮਹੀਨੇ ਲੜਾਈ ਮੁੱਕ ਜਾਂਦੀ ਹੁੰਦੀ ਸੀ। ਜਦੋਂ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਕਿੰਨਾ ਚਿਰ ਲੜਾਈ ਮੁੱਕ ਗਈ ਸੀ। ਜਦੋਂ ਦਿੱਲੀ ਫਤਿਹ ਕੀਤੀ ਹੈ 1783 ਵਿੱਚ, ਇੱਥੋਂ ਦੇ ਬਾਦਸ਼ਾਹ ਨੇ ਵੀ ਮੁੜ ਕੇ ਗੱਲ ਕੀਤੀ ਸਾਡੇ ਨਾਲ, ਲੜਾਈ ਮੁੱਕ ਗਈ। ਉਹਨੇ ਕਿਹਾ ਜੀ ਮੈਂ ਇੰਨਾ ਖਰਚਾ ਤੁਹਾਨੂੰ ਰੋਜ਼ ਦਿਆਂਗਾ, ਰਾਜ ਮੈਨੂੰ ਵਾਪਸ ਕਰ ਦਿਓ। ਸਿੱਖਾਂ ਨੇ ਕਿਹਾ ਠੀਕ ਹੈ, ਪਰ ਇੱਕ ਗੱਲ ਸੁਣ ਲੈ, 9 ਮਹੀਨੇ ਅਸੀਂ ਦਿੱਲੀ 'ਚ ਰਵਾਂਗੇ। ਉਹਨੇ ਕਿਹਾ ਜੀ ਰਵੋ, ਮੈਨੂੰ ਕੋਈ ਇਤਰਾਜ਼ ਨਹੀਂ, ਅਸੀਂ ਆਪਣੇ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕਰਨੀ ਹੈ, ਅਸੀਂ ਆਪਣੇ ਗੁਰਦੁਆਰੇ ਬਣਾਉਣੇ ਨੇ, ਅਸੀਂ ਆਪਣੇ ਗੁਰਦੁਆਰਿਆਂ ਵਿੱਚ ਮਰਿਆਦਾ ਜਿਹੜੀ ਹੈ ਉਹ ਸਥਾਪਿਤ ਕਰਨੀ ਹੈ। ਜਦੋਂ ਹੋ ਜਾਏਗੀ ਅਸੀਂ ਚਲੇ ਜਾਵਾਂਗੇ। ਖਤਮ ਹੋ ਗਈ ਲੜਾਈ। ਲੜਾਈ ਕਦੇ ਨਹੀਂ ਜੇ ਮੁੱਕਦੀ। ਇਹ ਪਾਠ ਕਦੇ ਨਾ ਪੜੋ ਜੀ ਤੁਸੀਂ ਕਿਸੇ ਨੂੰ ਦਬਾ ਦਿੱਤਾ ਨਾ, ਇਹ ਸੋਚ ਲਿਓ ਵੀ ਜਿੱਦਣ ਉਹ ਉੱਠੇਗਾ ਨਾ, ਉਹਨੇ ਪ੍ਰੈਸ਼ਰ ਨਾਲ ਹੀ ਉੱਠੇਗਾ, ਉੱਡਾ ਹੀ ਵੱਡਾ ਬਲਾਸਟ ਕਰੇਗਾ ਉਹ, ਜਿੰਨੇ ਪ੍ਰੈਸ਼ਰ ਨਾਲ ਤੁਸੀਂ ਉਹਨੂੰ ਦਬਾਇਆ। ਇਸ ਕਰਕੇ ਦਬਾਉਣਾ ਕੋਈ ਥਿਊਰੀ ਨਹੀਂ ਹੈ, ਇਹ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਦਬਾ ਦਿਓਗੇ। ਉਹਦੇ ਨਾਲ ਕੀ ਹੋਏਗਾ? ਉਹ ਜਿੱਦਣ ਵਾਪਸ ਮੁੜੇਗਾ ਉਹ ਉਨੀ ਪਾਵਰ ਨਾਲ, ਉਹ ਤੋਂ ਜ਼ਿਆਦਾ ਪਾਵਰ ਨਾਲ ਮੁੜੇਗਾ। ਹੁਣ ਇਸ ਤੋਂ ਵਧੀਆ ਜ਼ਿੰਦਗੀ ਦੇ ਵਿੱਚ ਸਬਕ ਕੀ ਹੋ ਸਕਦਾ ਹੈ? ਮੈਂ ਇੱਕ ਛੋਟੀ ਜਿਹੀ ਹੋਰ ਉਦਾਹਰਨ ਦਿਆਂ। ਘਰ 'ਚ ਤੁਹਾਡੇ ਨੂੰਹ ਆਈ, ਤੁਸੀਂ ਦਬਾਤੀ, ਸੱਸ ਵੀ ਤਕੜੀ ਸੀ, ਮੁੰਡਾ ਵੀ ਆਖੇ ਲੱਗਦਾ ਸੀ। ਹੁਣ ਬੇਬੇ ਨੂੰ ਪੁੱਛੋ ਵੀ ਕਿੰਨੇ ਸਾਲ ਤਕੜੀ ਰਹੇਂਗੀ ਤੂੰ? ਇਹ ਮੁੰਡਾ ਕਿੰਨਾ ਚਿਰ ਤੇਰੇ ਆਖੇ ਲੱਗੇਗਾ? 2 4 5 7 10 ਸਾਲਾਂ ਬਾਅਦ ਇਹ ਧਰਤੀ ਘੁੰਮੇਗੀ, ਤੂੰ ਮੰਜੀ ਤੇ ਬਹਿ ਜਾਏਂਗੀ, ਤੇ ਇਹ ਜਿਹੜੀ ਬਹੂ ਹੈ ਇਹ ਸੱਸ ਬਣ ਜਾਏਗੀ। ਜਦੋਂ ਸੱਸ ਬਣ ਗਈ ਤੇ ਦੱਸੋ ਰਗੜੇ ਕਿਹਨੂੰ ਲਾਏਗੀ? ਜਿਹਨੇ ਉਹਨੂੰ ਲਾਏ ਉਹਦੇ ਲਾਏਗੀ, ਆਪਣੀ ਨੂੰਹ ਨੂੰ ਥੋੜਾ ਲਾਏਗੀ। ਉਹ ਰਗੜੇ ਆਪਣੀ ਸੱਸ ਨੂੰ ਲਾਏਗੀ। ਇਸ ਕਰਕੇ ਆਪਾਂ ਨੂੰ ਗੁਰੂ ਕੋਲੋਂ ਸਿੱਖਣ ਦੀ ਲੋੜ ਹੈ। ਸਤਿਗੁਰੂ ਜੀ ਨੇ ਉਹਨਾਂ ਨੂੰ ਕੀ ਕਿਹਾ? ਸਤਿਗੁਰੂ ਨੇ ਉਹਨਾਂ ਨਾਲ ਝਗੜਾ ਨਹੀਂ ਕੀਤਾ, ਸਿਰਫ ਇੰਨੀ ਗੱਲ ਪੁੱਛੀ ਹੈ ਕਿ ਮੈਨੂੰ ਇੰਨਾ ਦੱਸ ਦਿਓ ਵੀ ਇਹ ਜਿਹੜਾ ਤੁਸੀਂ ਪਾਣੀ ਸੁੱਟਦੇ ਹੋ, ਤੁਹਾਡਾ ਪਿੱਤਰ ਲੋਕ ਕਿੰਨੀ ਦੂਰ ਹੈ, ਉਹਦਾ ਡਿਸਟੈਂਸ ਕਿੰਨਾ ਹੈ, ਕਿੰਨੇ ਮੀਲ ਹੈ, ਕਿੰਨੇ ਯੋਜਨ ਹੈ, ਕਿੰਨੇ ਕੋਸ ਹੈ, ਪਤਾ ਤੇ ਲੱਗੇ ਵੀ ਕਿੰਨੀ ਦੂਰ ਨੇ ਤੁਹਾਡੇ ਪਿੱਤਰ। ਹਾਂਜੀ। ਨਰ ਬੋਲੇ ਮਤ ਵਾਨੈ ਜੋ, ਕਿਤਕ ਸਹੰਸਰ ਜੋ ਜਨ ਸੋ। ਉਹਨਾਂ ਪੰਡਤਾਂ ਚੋਂ, ਉਹਨਾਂ
ਸਿਆਣੇ ਬੰਦਿਆਂ ਚੋਂ ਕੁਝ ਬੰਦੇ ਕਹਿਣ ਲੱਗੇ ਵੀ ਉਹ ਤਾਂ ਕਈ ਹਜ਼ਾਰ ਯੋਜਨ ਦੂਰ ਹੈ ਪਿੱਤਰ ਲੋਕ। ਹੁਣ ਸਾਨੂੰ ਵੀ ਨਹੀਂ ਪਤਾ ਵੀ ਉਹ ਚੰਦਰਮਾ ਤੋਂ ਉਰੇ ਹੈ ਕਿ ਪਰੇ ਹੈ। ਜਿਹੜਾ ਸਵਰਗ ਹੈ, ਆਪਾਂ ਸਾਰੇ ਕਹੀ ਜਾਂਦੇ ਸਵਰਗਵਾਸੀ ਜੀ, ਤੇ ਜੇ ਕੋਈ ਬੰਦਾ ਲੋਕੇਸ਼ਨ ਪੁੱਛ ਲੇ ਤੇ ਸਾਡੇ ਪੱਲੇ ਕੀ ਹੈ। ਅੱਜ ਕੱਲ੍ਹ ਇੱਕ ਬੜਾ ਵਧੀਆ ਵਰਡ ਹੈ, ਕਿੱਥੇ ਰਹਿੰਦੇ ਹੋ, ਗ੍ਰੀਨ ਪਾਰਕ। ਅਗਲਾ ਕਹਿੰਦਾ ਜੀ ਲੋਕੇਸ਼ਨ ਭੇਜ ਦਿਓ। ਹੁਣ ਸਵਰਗਵਾਸੀ ਤੇ ਕਹਿਤਾ, ਤੇ ਜੇ ਅਗਲਾ ਲੋਕੇਸ਼ਨ ਮੰਗ ਲੇ ਹੁਣ ਕੀ ਕਰੋਗੇ ਤੁਸੀਂ? ਡਾਇਰੈਕਸ਼ਨ ਹੈ ਸਾਡੇ ਕੋਲੇ ਕੋਈ ਵੀ ਉੱਥੋਂ ਐ ਮੁੜ ਜਿਓ ਜੀ, ਉੱਥੋਂ ਐ ਮੁੜ ਜਿਓ ਜੀ, ਉੱਥੋਂ ਐ ਮੁੜ ਜਿਓ ਜੀ, ਅਗਲੇ ਰਾਊਂਡ ਅਬਾਊਟ ਤੋਂ ਇਦਾਂ ਕਰ ਲਿਓ ਜੀ ਤੇ ਮੁੜ ਕੇ ਸਿੱਧੇ ਆ ਜਾਓਗੇ ਜੀ? ਨਾ, ਕਿਸੇ ਨੂੰ ਨਹੀਂ ਪਤਾ। ਸਭ ਕਹਾਵਤਾਂ ਨੇ, ਵਿਸ਼ਵਾਸ ਨੇ, ਗੱਲਾਂ ਨੇ। ਉਹ ਕਹਿਣ ਲੱਗੇ ਜੀ ਕਈ ਹਜ਼ਾਰ ਯੋਜਨ ਦੂਰ ਹੈ ਜਿਹੜਾ ਸਾਡਾ ਪਿੱਤਰ ਲੋਕ ਹੈ, ਜਿੱਥੇ ਸੂਰਜ ਦੇਵਤਾ ਪਾਣੀ ਪਹੁੰਚਾਉਂਦਾ ਹੈ। ਹਾਂਜੀ। ਸ਼੍ਰੀ ਗੁਰ ਸੁਨ ਸ਼ਰੋਨਨ ਤਿਨ ਬਾਣੀ, ਦੇਨ ਵਿਸਾਲ ਲੱਗੇ ਪੁਨ ਪਾਨੀ। ਇੰਨੀ ਗੱਲ ਕਹਿਣ ਤੋਂ ਬਾਅਦ ਹੁਣ ਸਤਿਗੁਰੂ ਨੇ ਕੀ ਕੀਤਾ? ਸਤਿਗੁਰੂ ਫਿਰ ਪਾਣੀ ਸੁੱਟਣ ਲੱਗ ਗਏ। ਹੁਣ ਉਹ ਬੰਦੇ ਖਫਾ ਹੋਣਗੇ ਕਿ ਨਹੀਂ ਹੋਣਗੇ? ਬਿਲਕੁਲ ਹੋਣਗੇ ਵੀ ਭਾਈ ਤੂੰ ਸਾਡੇ ਤੋਂ ਅੱਧੀ ਗੱਲ ਪੁੱਛ ਲਈ ਹੈ, ਆਪਣੀ ਦੱਸੀ ਨਹੀਂ। ਹੁਣ ਇਹ ਕੀ ਹੈ? ਇਹ ਤਰੀਕਾ ਹੈ। ਤਰੀਕਾ ਕੀ ਹੈ? ਤਰੀਕਾ ਇਹ ਹੈ ਕਿ ਉਹਨਾਂ ਦੀ ਦੁਬਾਰਾ ਜਿਹੜੀ ਅਟੈਂਸ਼ਨ ਹੈ ਉਹਨੂੰ ਲੈ ਕੇ ਆਉਣਾ। ਜਿਵੇਂ ਆਪਾਂ ਕਹਿੰਦੇ ਆ ਆਖੋ ਜੀ ਵਾਹਿਗੁਰੂ। ਹੁਣ ਆਖੋ ਜੀ ਵਾਹਿਗੁਰੂ, ਸਾਰੀ ਵਾਹਿਗੁਰੂ ਦੀ ਕਥਾ ਹੋ ਰਹੀ ਹੈ। ਇਹ ਪਰ ਉਦੋਂ ਕਿਹਾ ਜਾਂਦਾ ਜਦੋਂ ਪਤਾ ਲੱਗੇ ਵੀ ਦੋ ਚਾਰ ਬੰਦੇ ਇੱਧਰ ਨੂੰ ਗੱਲਾਂ ਕਰੀ ਜਾਂਦੇ ਨੇ, ਦੋ ਚਾਰ ਇੱਧਰ ਨੂੰ ਵੇਖੀ ਜਾਂਦੇ ਨੇ। ਦੁਬਾਰਾ ਫਿਰ ਧਿਆਨ ਨੂੰ ਕੇਂਦਰਿਤ ਕਰਨ ਦਾ ਇੱਕ ਤਰੀਕਾ ਸੀ। ਸਤਿਗੁਰੂ ਜੀ ਫਿਰ ਪਾਣੀ ਸੁੱਟਣ ਲੱਗ ਗਏ। ਹਾਂਜੀ। ਪশ্ਚਮ ਦਿਸ਼ਾ ਬਦਨ ਕੋ ਕਰ ਕੈ, ਗੇਰੈ ਜਲ ਬਹੁ ਅੰਜੁਲ ਭਰ ਕੈ। ਸਤਿਗੁਰੂ ਕਹਿੰਦੇ ਅੱਗੇ ਨਾਲੋਂ ਵੀ ਤੇਜ਼ ਸੁੱਟਦੇ ਨੇ, ਅੱਗੇ ਨਾਲੋਂ ਵੀ ਛੇਤੀ ਸੁੱਟਦੇ ਨੇ, ਭਰ ਭਰ ਕੇ ਬੁੱਕ ਸੁੱਟਦੇ ਨੇ। ਪਰ ਇੱਕ ਬੰਦਾ ਪਾਣੀ ਜਿੰਨਾ ਮਰਜ਼ੀ ਦੂਰ ਸੁੱਟੇ, ਕਿੰਨੀ ਦੂਰ ਜਾਏਗਾ? ਮੀਟਰ 2 ਮੀਟਰ ਦੂਰ ਜਾਏਗਾ। ਹਾਂਜੀ। ਬੂਝਣ ਲੱਗੇ ਬਹੁਤ ਨਰ ਸੋ, ਤੈ ਨਿਜ ਬਾਤ ਬਤਾਏ ਨਾ ਕੋ। ਉਹ ਹੁਣ ਬੰਦੇ ਕਹਿੰਦੇ ਵੀ ਭਾਈ ਤੂੰ ਸਾਡੀ ਗੱਲ ਤੇ ਸੁਣ ਲਈ, ਪੁੱਛ ਲਈ, ਆਪਣੀ ਦੱਸੀ ਕੋਈ ਨਹੀਂ, ਆਪਣੀ ਵੀ ਤੇ ਦੱਸ ਨਾ ਕਿ ਤੂੰ ਪਾਣੀ ਕਿਉਂ ਸੁੱਟਦਾ? ਅਸੀਂ ਸੁੱਟਦੇ ਹਾਂ ਤੇ ਦੱਸਤਾ ਵੀ ਪਿੱਤਰਾਂ ਨੂੰ ਸੁੱਟਦੇ, ਇਹ ਵੀ ਦੱਸਤਾ ਵੀ ਪਿੱਤਰ ਕਿੰਨੀ ਦੂਰ ਨੇ। ਹਾਂਜੀ। ਹਿੰਦੂ ਤੁਰਕ ਕੌਣ ਹੈ ਜਾਤੀ, ਜਿਤ ਦਿਛ ਜਲ ਦੇ ਕਹਿ ਤ੍ਰਿਪਤਾਤੀ। ਉਹ ਪੁੱਛਦੇ ਨੇ ਵੀ ਤੂੰ ਹਿੰਦੂ ਹੈ, ਮੁਸਲਮਾਨ ਹੈ, ਤੂੰ ਕਿਹੜੀ ਜਾਤੀ ਚੋਂ ਹੈ, ਕਿਹੜਾ ਤੇਰਾ ਧਰਮ ਹੈ, ਕਿਹੜਾ ਵਿਸ਼ਵਾਸ ਹੈ, ਪਾਣੀ ਸੁੱਟਦਾ ਕਿੱਥੇ ਹੈ, ਤੇਰਾ ਕਿੱਥੇ ਜਾਂਦਾ ਹੈ, ਵੀ ਸਾਨੂੰ ਉੱਤਰ ਤਾਂ ਦੇ। ਹਾਂਜੀ। ਸੁਣ ਕਹਿ ਬੋਲੇ ਬਚਨ ਕੋ, ਸ਼੍ਰੀ ਬੇਦੀ ਕੁਲ ਕੇਤ। ਜਦੋਂ ਸਤਿਗੁਰਾਂ ਨੇ ਵੇਖਿਆ ਵੀ ਹੁਣ ਇਹਨਾਂ ਦਾ ਧਿਆਨ ਦੁਬਾਰਾ ਕੇਂਦਰਿਤ ਹੋ ਗਿਆ, ਹੁਣ ਇਹ ਮੇਰੀ ਗੱਲ ਸੁਣਨਗੇ, ਆਪਣੀ ਗੱਲ ਇਹਨਾਂ ਨੇ ਕਰ ਲਈ ਹੈ, ਹੁਣ ਇਹ ਫਿਰ ਇਕਾਗਰ ਹੋ ਗਏ ਨੇ ਮੇਰੀ ਗੱਲ ਸੁਣਨ ਵਾਸਤੇ। ਹਾਂਜੀ। ਜਬ ਸੁਰ ਸਰ ਨਵਾਹਣ ਆਇਓ, ਪੁਰ ਨਿਜ ਬੋਇਓ ਖੇਤ। ਸਤਿਗੁਰੂ ਕਹਿਣ ਲੱਗੇ ਭਾਈ ਮੈਨੂੰ ਪਤਾ ਲੱਗਾ ਵੀ ਹਰਿਦੁਆਰ ਪੁਰਬ ਹੈ, ਮੈਂ ਹਰਿਦੁਆਰ ਆ ਗਿਆ, ਪਰ ਆਉਣ ਤੋਂ ਪਹਿਲਾਂ ਮੈਂ ਆਪਣੇ ਪਿੰਡ ਖੇਤੀ ਬੀਜੀ ਹੈ, ਮੈਂ ਆਪਣੇ ਪਿੰਡ ਫਸਲ ਬੀਜੀ ਹੈ, ਮੈਂ ਆਪਣੇ ਪਿੰਡ ਦੇ ਵਿੱਚ ਜ਼ਮੀਨ ਵਿੱਚ ਬੀਜ ਪਾ ਕੇ ਆਇਆ। ਹਾਂਜੀ। ਨਹਿ ਜਲ ਦੇਨ ਹਾਰ ਕੋ ਪਾਛੇ, ਤਿਹ ਕੋ ਨੀਰ ਦੇਹੋ ਮੈਂ ਆਛੇ। ਉੱਥੇ ਕੋਈ ਉਸ ਖੇਤੀ ਨੂੰ ਪਾਣੀ ਦੇਣ ਵਾਲਾ ਕੋਈ ਨਹੀਂ, ਤੇ ਮੈਂ ਜਦੋਂ ਵੇਖਿਆ ਤੁਹਾਨੂੰ ਪਾਣੀ ਦਿੰਦੇ ਆ ਤੇ ਮੈਂ ਵੀ ਦੇਣ ਲੱਗ ਗਿਆ ਵੀ ਚਲੋ ਮੈਂ ਵੀ ਆਪਣੇ ਖੇਤਾਂ ਨੂੰ ਪਾਣੀ ਦੇ ਦੇਣਾ। ਜਿਹੜੇ ਮੇਰੇ ਪਿੰਡ ਖੇਤ ਨੇ, ਜਿਹੜੀ ਮੈਂ ਖੇਤੀ ਬੀਜੀ ਹੈ, ਵੀ ਉਹਨਾਂ ਨੂੰ ਪਾਣੀ ਦੇਵਾਂ ਤੇ ਉਹ ਖੇਤ ਮੇਰੇ ਹਰੇ ਭਰੇ ਹੋ ਜਾਣ। ਹਾਂਜੀ।
ਜਾਏ ਨ ਸੂਕ ਰਹੇ ਹਰਿਆਈ ਨਿਤ ਪਾਣੀ ਕੋ ਦੇਤ ਪੁਚਾਈ। ਇਸ ਤਰ੍ਹਾਂ ਮੈਂ ਪਾਣੀ ਦੇ ਰਿਹਾ, ਉਹ ਸੁੱਕ ਨਾ ਜਾਣ, ਉਹਨਾਂ ਵਿੱਚ ਹਰਿਆਵਲ ਰਹੇ। ਹਾਂਜੀ। ਉੱਚੇ ਥਲ ਬੋਇਓ ਸੋ ਕਿਦਾਰਾ ਢਰ ਜਾਵਤ ਬਰਖਾ ਸੋ ਬਾਰਾ। ਉੱਚੇ ਥਲ ਬੋਇਓ ਸੋ ਕਦਾਰਾ। ਫਿਰ ਮੇਰੇ ਖੇਤ ਕੁਝ ਉੱਚੇ ਵੀ ਨੇ, ਜ਼ਮੀਨ ਉੱਚੀ ਹੈ, ਜਿੱਥੇ ਖੂਹ ਦਾ ਪਾਣੀ ਛੇਤੀ ਚੜ੍ਹੇਗਾ ਹੀ ਨਹੀਂ। ਜੇ ਮੈਂ ਛੱਡ ਕੇ ਵੀ ਆਉਂਦਾ ਕੋਈ ਵੀ ਭਾਈ ਤੁਸੀਂ ਖੂਹ ਚਲਾ ਕੇ ਪਾਣੀ ਭਰ ਦੇ, ਉਹ ਵੀ ਔਖਾ ਹੈ। ਖੇਤ ਉੱਚੇ ਨੇ ਤੇ ਉਹਨੂੰ ਤਾਂ ਜਾਂ ਮੀਂਹ ਦਾ ਪਾਣੀ ਜਾਵੇ ਤੇ ਜਾਂ ਮੈਂ ਸੁੱਟਾਂ ਤੇ ਪਹੁੰਚੇ। ਹਾਂਜੀ। ਸੁਣ ਨਰ ਜਾਣ ਬਾਬਰੋ ਕਹੇ ਬਾਦ ਨੀਰ ਸੋ ਗੇਰਤ ਅਹੇ। ਬਸ ਫਿਰ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਉਹ ਤੂੰ ਪਾਗਲ ਹੈ, ਤੂੰ ਬਾਬਰ ਹੈ, ਤੈਨੂੰ ਤਾਂ ਫਿਰ ਅਕਲ ਹੀ ਕੋਈ ਨਹੀਂ। ਆਪਾਂ ਇਦਾਂ ਹੀ ਕਰਦੇ ਹਾਂ। ਗੁਰੂ ਜੀ ਨੇ ਤਾਂ ਨਹੀਂ ਸੀ ਕਿਹਾ ਉਹਨਾਂ ਨੂੰ ਵੀ ਤੁਸੀਂ ਪਾਗਲ ਹੋ, ਤੁਸੀਂ ਬਾਬਰੇ ਹੋ। ਕਿਉਂਕਿ ਗੁਰੂ ਜੀ ਕਿਰਪਾ ਦੇ ਖਜ਼ਾਨੇ ਨੇ, ਉਹਨਾਂ ਦੇ ਕੋਲੋਂ ਕਿਰਪਾ ਮੁੱਕਦੀ ਨਹੀਂ। ਸਾਡੀ ਤੇ ਇੱਕ ਵਾਰੀ ਗੱਲ ਕਰਨ ਤੋਂ ਬਾਅਦ ਦੂਜੀ ਵਾਰੀ ਮੁੱਕ ਜਾਂਦੀ ਹੈ। ਜਿਵੇਂ ਕਿਸੇ ਨੇ ਪੁੱਛ ਲਿਆ ਵੀ ਵੀਰ ਜੀ ਆਹ ਰਸਤਾ ਕਿੱਧਰ ਜਾਂਦਾ ਹੈ, ਆਪਾਂ ਕਹਾਂਗੇ ਜੀ ਇਹ ਕਨਾਟ ਪਲੇਸ ਜਾਂਦਾ ਹੈ। ਤੇ ਜੇ ਅਗਲਾ ਅੱਧੇ ਕੁ ਮਿੰਟ ਬਾਅਦ ਫਿਰ ਆ ਜਾਏ ਵੀਰ ਜੀ ਪਰ ਆਹ ਰਸਤਾ ਕਿੱਧਰ ਜਾਂਦਾ ਹੈ, ਤਾਂ ਅਸੀਂ ਇਹ ਨਹੀਂ ਕਹਿਣਾ ਕਨਾਟ ਪਲੇਸ ਜਾਂਦਾ ਹੈ, ਅਸੀਂ ਕਹਿੰਦੇ ਵੀ ਤੇਰੇ ਕੰਨ ਸੁਣਦੇ ਨਹੀਂ, ਜਿਹੜਾ ਮੈਂ ਤੈਨੂੰ ਬੋਲਿਆ ਹੈ ਉਹ ਤੇਰੇ ਕੰਨਾਂ 'ਚ ਪਿਆ ਨਹੀਂ ਹੈ, ਫਿਰ ਮੂੰਹ ਚੁੱਕ ਕੇ ਆ ਗਿਆ। ਪਰ 25 ਗੱਲਾਂ ਹੋਰ ਕਰਾਂਗੇ, ਇੱਕ ਨਹੀਂ ਕਰਨੀ ਵੀ ਇਹ ਕਨਾਟ ਪਲੇਸ ਨੂੰ ਜਾਂਦਾ ਦੁਬਾਰਾ ਇੰਨਾ ਕਹਿ ਕੇ ਨਹੀਂ ਸਾਰਨਾ। ਥੋੜਾ ਲੰਬਾ ਚੌੜਾ ਲੈਕਚਰ ਦਿਆਂਗੇ ਫਿਰ ਅਸੀਂ। ਉਹੀ ਗੱਲ ਇੱਥੇ ਹੋਈ। ਗੁਰੂ ਜੀ ਨੇ ਤੇ ਉਹਨਾਂ ਨੂੰ ਪਾਗਲ ਬਾਬਰੇ ਨਹੀਂ ਕਿਹਾ, ਉਹ ਤਾਂ ਉੱਤਰ ਆਏ। ਉਹ ਕਹਿੰਦੇ ਨੇ ਸੁਣ ਨਰ ਜਾਣ ਬਾਬਰੋ ਕਹੈ ਬਾਦ ਨੀਰ ਤੂੰ ਗੇਰਤ ਅਹੈ। ਕਹਿੰਦੇ ਤੂੰ ਤੇ ਪਾਗਲ ਹੈ, ਬਿਨਾਂ ਕਿਸੇ ਗੱਲ ਤੋਂ ਪਾਣੀ ਚੁੱਕੀ ਜਾਂਦਾ, ਸੁੱਟੀ ਜਾਂਦਾ। ਇਹਦਾ ਖੇਤਾਂ ਨੂੰ ਕਦੇ ਪਾਣੀ ਪਹੁੰਚਦੇ ਨੇ? ਹਾਂਜੀ। ਖੇਤ ਮਾਹੇ ਨ ਜਾਵੇ ਕੈਸੇ ਖਰੋ ਇਹਾਂ ਪਾਣੀ ਦੇ ਜੈਸੇ। ਕਹਿਣ ਲੱਗੇ ਇਹ ਪਾਣੀ ਖੇਤ ਵਿੱਚ ਨਹੀਂ ਜਾਏਗਾ, ਇਹ ਪਾਣੀ ਤੇਰਾ 1-2 ਗਜ ਦੂਰ ਜਾਂਦਾ ਹੈ, 1-2 ਕਰਮਾਂ ਤੱਕ ਦੂਰ ਜਾਂਦਾ, ਅੱਗੇ ਜਾਂਦਾ ਹੀ ਕੋਈ ਨਹੀਂ। ਇਸ ਪਾਣੀ ਨਾਲ ਖੇਤੀ ਕਿਵੇਂ ਹਰੀ ਭਰੀ ਰਹਿ ਸਕਦੀ ਹੈ? ਹਾਂਜੀ। ਕਹਾਂ ਖੇਤ ਠੰਡੋ ਤੂੰ ਕਹਾਂ ਕਿਉਂ ਪ੍ਰਾਪਤ ਪਾਨੀ ਹਵੈ ਤਹਾਂ। ਹੁਣ ਜਿਹੜੀ ਗੱਲ ਸਤਿਗੁਰਾਂ ਪੁੱਛੀ ਸੀ ਵੀ ਤੁਹਾਡੇ ਪਿੱਤਰ ਲੋਕ ਕਿੱਥੇ ਨੇ, ਤੁਹਾਡੇ ਬਜ਼ੁਰਗ ਸਵਰਗਾਂ ਵਿੱਚ ਕਿੱਥੇ ਰਹਿੰਦੇ ਨੇ, ਉਹ ਕਹਿਣ ਲੱਗੇ ਜੀ ਹਜ਼ਾਰਾਂ ਯੋਜਨ ਦੂਰ ਨੇ। ਇਹੀ ਸਵਾਲ ਉਹਨਾਂ ਸਤਿਗੁਰੂ ਨੂੰ ਕਰ ਲਿਆ। ਕਹਿਣ ਲੱਗੇ ਭਾਈ ਤੇਰੇ ਖੇਤ ਕਿੱਥੇ ਨੇ ਤੇ ਖਲੋਤਾ ਤੂੰ ਕਿੱਥੇ ਹੈ? ਹਾਂਜੀ। ਹਰੋ ਖੇਤ ਨਹਿ ਹੋਵਈ ਤੂੰ ਹੈ ਵੱਡੋ ਅਜਾਣ। ਤੇਰੇ ਖੇਤ ਹਰੇ ਨਹੀਂ ਹੋ ਸਕਦੇ, ਤੂੰ ਵੱਡਾ ਅਨਾੜੀ ਹੈ, ਤੂੰ ਵੱਡਾ ਅਣਜਾਣ ਹੈ, ਤੂੰ ਕੋਈ ਵੱਡਾ ਹੀ ਕਮਲਾ ਬੰਦਾ ਹੈ। ਇੱਥੋਂ ਪਾਣੀ ਭਰਦਾ, ਇੱਥੇ ਸੁੱਟ ਲੈਣਾ ਤੇ ਸੋਚਦਾ ਮੇਰੇ ਪਿੰਡ ਖੇਤ ਹਰੇ ਭਰੇ ਹੋ ਜਾਣਗੇ। ਹਾਂਜੀ। ਬਹੁਤ ਲੋਕ ਮਿਲ ਤਹਿ ਪਏ ਬੋਲੇ ਕਿਰਪਾ ਨਿਦਾਨ। ਲੋਕ ਬੜੇ ਇਕੱਠੇ ਹੋ ਗਏ ਵੀ ਇਹ ਤੇ ਵਾਕਈ ਪਾਗਲ ਹੈ। ਇਹ ਵੀ ਧਿਆਨ ਰੱਖਿਓ, ਜਦੋਂ ਲੋਕਾਂ ਦਾ ਅਪਰ ਹੈਂਡ ਹੋਵੇ ਨਾ ਉਦੋਂ ਦੁਨੀਆ ਬਹੁਤੀ ਇਕੱਠੀ ਹੁੰਦੀ ਹੈ। ਜੇ ਉੱਥੇ ਡਾਂਗ ਚੱਲ ਪਵੇ, ਜੇ ਉੱਥੇ ਗੋਲੀ ਚੱਲ ਪਵੇ, ਜੇ ਉੱਥੇ ਥੋੜਾ ਜਿਹਾ ਇੱਕ ਦੂਜੇ ਨੂੰ ਉਹ ਥਪੜਾਉਣ ਲੱਗ ਜਾਣ, ਅੱਧੇ ਕੁ ਤਾਂ ਭੱਜ ਜਾਂਦੇ ਨੇ। ਜਾਂ ਕਿਸੇ ਦੀ ਗੱਲ ਘਟਦੀ ਹੋਵੇ ਤਾਂ ਵੀ ਅੱਧੇ ਕੁ ਭੱਜ ਜਾਂਦੇ ਨੇ। ਹੁਣ ਉਹਨਾਂ ਵੇਖਿਆ ਵੀ ਇਹ ਤੇ ਪਾਗਲ ਹੈ, ਫਿਰ ਕੀ ਸੀ, ਸਾਰੇ ਇਕੱਠੇ ਹੋ ਗਏ। ਇਹ ਸਤਿਗੁਰੂ ਚਾਹੁੰਦੇ ਸੀ ਵੀ ਇਕੱਠੇ ਹੋਣ ਤੇ ਮੈਂ ਆਪਣੀ ਗੱਲ ਕਰਾਂ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।